ਜੇ ਆਪਾਂ ਸਪੈਸ਼ਲੀ ਨਾਰਥ ਈਸਟ ਵਿੱਚ ਦੇਖੀਏ ਤਾਂ ਆਪਣੇ ਮੋਸਟਲੀ ਇਹ ਇਮੀਗ੍ਰੈਂਟ ਡੋਮੀਨੈਂਟ ਏਰੀਆ ਹੈਗਾ। ਸੋ ਕਲੇਮ ਰੇਸ਼ੋਜ਼ ਜੇ ਆਪਾਂ ਬਾਕੀ ਸ਼ਹਿਰ ਨਾਲ ਤੇ ਬਾਕੀ ਏਰੀਆਜ਼ ਦੇ ਨਾਲ ਕੰਪੇਅਰ ਕਰੀਏ ਤਾਂ ਆਪਣੇ ਜ਼ਿਆਦਾ ਹੈਗੀ ਇੱਥੇ। ਨੋਰਮਲੀ ਜਿਹੜੀਆਂ ਕੰਪਨੀਜ਼ ਹੈਗੀ ਨਾ ਉਹ ਅਵੋਇਡ ਕਰਦੀਆਂ ਨਾਰਥ ਈਸਟ ਦਾ ਬਿਜ਼ਨਸ ਇਹਨਾਂ ਚੀਜ਼ਾਂ ਕਰਕੇ। ਠੀਕ ਹੈ। ਸੋ ਜੇ ਕਈ ਲੋਕ ਇੱਥੇ ਹੈਗੇ ਸੀ, ਇੱਥੇ ਚੈਸਟਮੀਅਰ ਮੂਵ ਹੋ ਗਏ, ਉਹਨਾਂ ਦੀ ਇੰਸ਼ੋਰੈਂਸ 'ਚ ਫਰਕ ਪੈ ਗਿਆ, ਨਾਰਥ ਵੈਸਟ ਸਾਊਥ ਵੈਸਟ ਮੂਵ ਹੋ ਜਾਂਦੇ ਆ, ਫਰਕ ਪੈਂਦਾ ਹੈਗਾ। ਇਹ ਇੱਕ ਪਰ ਮੰਦਭਾਗੀ ਗੱਲ ਹੈ, ਬਟ ਇਹ ਇੱਕ ਸੱਚਾਈ ਆ। ਜਿੰਨੇ ਬਲੂ ਕਾਲਰਡ ਲੋਕ ਨੇ, ਬਲੂ ਕਾਲਰਡ ਜੌਬਸ ਕਰਨ ਵਾਲੇ ਲੋਕ ਨੇ, ਉਹ ਵੀ ਤਾਂ ਨਾਰਥ ਈਸਟ ਦੇ ਵਿੱਚ ਹੀ ਰਹਿੰਦੇ ਆ। ਆਰਥਿਕਤਾ ਵੈਸੇ ਜ਼ਿਆਦਾਤਰ ਇੱਥੋਂ ਹੀ ਤੁਰਦੀ ਹੈ ਸਾਡੀ, ਪਰ ਚਲੋ ਇਹ ਇੱਕ ਤਰਾਸਦੀ ਹੀ ਮੈਂ ਕਹਿ ਸਕਦਾ। ਬਾਕੀ ਦੂਸਰੀ ਗੱਲ ਹੈਗੀ ਹੈ ਜੀ, ਜਿਵੇਂ ਨੈਚੁਰਲ ਡਿਜ਼ਾਸਟਰਸ। ਹਾਂ ਠੀਕ ਹੈ। ਹੁਣ ਗੜੇ ਪੈ ਜਾਣਾ, ਉਹ ਵੀ ਬਾਈ ਚਾਂਸ ਨਾਰਥ ਈਸਟ ਬਹੁਤ ਮਾਰ ਥੱਲੇ ਆਇਆ। ਠੀਕ ਹੈ। ਕੈਲਗਰੀ ਦੇ ਵਿੱਚ ਹੜ੍ਹ ਆ ਜਾਣਾ, ਉਹ ਚੀਜ਼ਾਂ ਜਿਹਦੇ ਕਰਕੇ ਕੰਪਨੀਆਂ ਦੀ ਜਿਹੜੀ ਹੈਗੀ ਆ ਲਾਸ ਰੇਸ਼ੋਜ਼ ਬਹੁਤ ਹਾਈ ਹੋ ਜਾਂਦੀ ਹੈ, ਕਿਉਂਕਿ ਐਟ ਦੀ ਐਂਡ ਅਲਬਰਟਾ ਦੇ ਵਿੱਚ ਪ੍ਰਾਈਵੇਟ ਇੰਸ਼ੋਰੈਂਸ ਹੈ। ਸੋ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਵੀ ਪੈਸੇ ਬਣਾਉਣ ਨੂੰ ਬੈਠੀਆਂ, ਜਦੋਂ ਉਹਨਾਂ ਨੂੰ ਮਨੀ ਲੂਜ਼ ਹੁੰਦੀ ਹੈ ਜਿਸ ਪਾਸਿਓਂ, ਉਹ ਅਵੋਇਡ ਕਰਦੀਆਂ ਵੀ ਭਾਈ ਇੱਥੇ ਬਿਜ਼ਨਸ ਨਹੀਂ ਲਿਖਣਾ ਗਾ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮੱਚ। ਸਟੂਡੀਓ ਦੇ ਵਿੱਚ ਆਏ ਹੋ ਜੀ, ਜੀ ਆਇਆਂ ਨੂੰ। ਤੇ ਇੰਸ਼ੋਰੈਂਸ ਆਪਾਂ ਗੱਲ ਅੱਜ ਕਰਾਂਗੇ, ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ ਦੇ ਬਾਰੇ। ਸ਼ੁਰੂਆਤ ਆਪਾਂ ਆਟੋ ਇੰਸ਼ੋਰੈਂਸ ਤੋਂ ਹੀ ਕਰਦੇ ਹਾਂ। ਦੇਖੋ ਬਰਾੜ ਸਾਹਿਬ, ਪਿਛਲੇ ਕੁਝ ਸਮੇਂ ਤੋਂ ਕੈਲਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਕਾਰ ਇੰਸ਼ੋਰੈਂਸ ਆ, ਇਹਨੇ ਕੰਨਾਂ ਨੂੰ ਹੱਥ ਲਵਾ ਦਿੱਤੇ ਆ। ਕੀ ਕਾਰਨ ਕੀ ਹੈ ਇਹਦੇ ਪਿੱਛੇ? ਪੰਨੂ ਸਾਹਿਬ, ਇਹਦਾ ਜਵਾਬ ਨਾ ਬਹੁਤ ਸਿੰਪਲ ਨਹੀਂ ਹੈਗਾ। ਸੋ ਇਹਦੇ ਪਿੱਛੇ ਕਈ ਕਾਰਨ ਹੈਗੇ ਆ। ਪਹਿਲਾਂ ਤਾਂ ਇੱਕ ਕਾਫੀ ਦਰਸ਼ਕਾਂ ਨੂੰ ਪਤਾ ਹੋਣਾ ਕਿ ਜਿਹੜਾ ਆਟੋ ਇੰਸ਼ੋਰੈਂਸ ਦਾ ਜਿਹੜਾ ਰੇਟ ਹੁੰਦਾ ਜੀ, ਉਹ ਤੁਹਾਡੇ ਪੋਸਟਲ ਕੋਡ ਨਾਲ ਐਸੋਸੀਏਟਡ ਹੁੰਦਾ। ਹਾਂ, ਯੈਸ। ਠੀਕ ਹੈ। ਸੋ ਜੇ ਆਪਾਂ ਸਪੈਸ਼ਲੀ ਨਾਰਥ ਈਸਟ ਵਿੱਚ ਦੇਖੀਏ ਤਾਂ ਆਪਣੇ ਮੋਸਟਲੀ ਇਹ ਇਮੀਗ੍ਰੈਂਟ ਡੋਮੀਨੈਂਟ ਏਰੀਆ ਹੈਗਾ। ਜਿਹੜੇ ਲੋਕ ਅਲੱਗ-ਅਲੱਗ ਮੁਲਕਾਂ ਤੋਂ ਚਲਾਉਂਦੇ ਕਾਰ ਆਏ ਆ, ਕੋਈ ਸੱਜੇ ਪਾਸੇ ਚਲਾਉਂਦਾ ਸੀ, ਕੋਈ ਖੱਬੇ ਚਲਾਉਂਦਾ ਸੀ। ਅਫਰੀਕਾ ਤੋਂ ਲੋਕ ਆ, ਇੰਡੀਆ ਪਾਕਿਸਤਾਨ ਤੋਂ ਲੋਕ ਹੈਗੇ ਆ। ਕਈ ਲੋਕ ਫਸਟ ਟਾਈਮ ਡਰਾਈਵਰਸ ਆ ਜਿਨ੍ਹਾਂ ਨੇ ਉੱਥੇ ਕਦੇ ਚਲਾਇਆ ਹੀ ਨਹੀਂ ਗਾ। ਸੋ ਬਾਕੀ ਡਰਾਈਵਿੰਗ ਹੈਬਿਟਸ ਹੈ। ਠੀਕ ਹੈ। ਸੋ ਜਿਹਦੇ ਕਰਕੇ ਆਪਣੇ ਇੱਥੇ ਐਕਸੀਡੈਂਟਸ ਬਹੁਤ ਹੁੰਦੇ ਆ। ਸੋ ਕਲੇਮ ਰੇਸ਼ੋਜ਼ ਜੇ ਆਪਾਂ ਬਾਕੀ ਸ਼ਹਿਰ ਨਾਲ ਤੇ ਬਾਕੀ ਏਰੀਆਜ਼ ਦੇ ਨਾਲ ਕੰਪੇਅਰ ਕਰੀਏ ਤਾਂ ਆਪਣੇ ਜ਼ਿਆਦਾ ਹੈਗੀਆਂ ਇੱਥੇ। ਅੱਛਾ ਜੀ, ਇਹ ਔਨ ਰਿਕਾਰਡ ਹੈ ਇਹ ਗੱਲ? ਬਿਲਕੁਲ ਜੀ। ਆਪਣੇ ਇੱਥੇ ਨੋਰਮਲੀ ਜਿਹੜੀਆਂ ਕੰਪਨੀਜ਼ ਹੈਗੀ ਨਾ ਉਹ ਅਵੋਇਡ ਕਰਦੀਆਂ ਨਾਰਥ ਈਸਟ ਦਾ ਬਿਜ਼ਨਸ ਇਹਨਾਂ ਚੀਜ਼ਾਂ ਕਰਕੇ। ਠੀਕ ਹੈ। ਸੋ ਜੇ ਕਈ ਲੋਕ ਇੱਥੇ ਹੈਗੇ ਸੀ, ਇੱਥੇ ਚੈਸਟਮੀਅਰ ਮੂਵ ਹੋ ਗਏ, ਉਹਨਾਂ ਦੀ ਇੰਸ਼ੋਰੈਂਸ 'ਚ ਫਰਕ ਪੈ ਗਿਆ, ਨਾਰਥ ਵੈਸਟ ਸਾਊਥ ਵੈਸਟ ਮੂਵ ਹੋ ਜਾਂਦੇ ਆ, ਫਰਕ ਪੈਂਦਾ ਹੈਗਾ। ਇਹ ਇੱਕ ਪਰ ਮੰਦਭਾਗੀ ਗੱਲ ਹੈ, ਬਟ ਇਹ ਇੱਕ ਸੱਚਾਈ ਹੈਗੀ। ਇੱਥੇ ਗੱਲ ਤੁਹਾਡੀ ਜਿਹੜੀ ਆਈ ਵੀ ਮੰਦਭਾਗੀ ਗੱਲ ਹੈ, ਕਿਉਂਕਿ ਅਸਲ ਦੇ ਵਿੱਚ ਜਿੰਨੇ ਬਲੂ ਕਾਲਰਡ ਲੋਕ ਨੇ, ਬਲੂ ਕਾਲਰਡ ਜੌਬਸ ਕਰਨ ਵਾਲੇ ਲੋਕ ਨੇ, ਉਹ ਵੀ ਤਾਂ ਨਾਰਥ ਈਸਟ ਦੇ ਵਿੱਚ ਹੀ ਰਹਿੰਦੇ ਆ। ਆਰਥਿਕਤਾ ਵੈਸੇ ਜ਼ਿਆਦਾਤਰ ਇੱਥੋਂ ਹੀ ਤੁਰਦੀ ਹੈ ਸਾਡੀ, ਪਰ ਚਲੋ ਇਹ ਇੱਕ ਤਰਾਸਦੀ ਹੀ ਮੈਂ ਕਹਿ ਸਕਦਾ। ਬਾਕੀ ਦੂਸਰੀ ਗੱਲ ਹੈਗੀ ਹੈ ਜੀ, ਜਿਵੇਂ ਨੈਚੁਰਲ ਡਿਜ਼ਾਸਟਰਸ। ਹਾਂ ਠੀਕ ਹੈ। ਹੁਣ ਗੜੇ ਪੈ ਜਾਣਾ, ਉਹ ਵੀ ਬਾਈ ਚਾਂਸ ਨਾਰਥ ਈਸਟ ਬਹੁਤ ਮਾਰ ਥੱਲੇ ਆਇਆ। ਠੀਕ ਹੈ। ਕੈਲਗਰੀ ਦੇ ਵਿੱਚ ਹੜ੍ਹ ਆ ਜਾਣਾ, ਉਹ ਚੀਜ਼ਾਂ ਜਿਹਦੇ ਕਰਕੇ ਕੰਪਨੀਆਂ ਦੀ ਜਿਹੜੀ ਹੈਗੀ ਆ ਲਾਸ ਰੇਸ਼ੋਜ਼ ਬਹੁਤ ਹਾਈ ਹੋ ਜਾਂਦੀ ਹੈ, ਕਿਉਂਕਿ ਐਟ ਦੀ ਐਂਡ ਅਲਬਰਟਾ ਦੇ ਵਿੱਚ ਪ੍ਰਾਈਵੇਟ ਇੰਸ਼ੋਰੈਂਸ ਹੈ। ਸੋ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਵੀ ਪੈਸੇ ਬਣਾਉਣ ਨੂੰ ਬੈਠੀਆਂ, ਜਦੋਂ ਉਹਨਾਂ ਨੂੰ ਮਨੀ ਲੂਜ਼ ਹੁੰਦੀ ਹੈ ਜਿਸ ਪਾਸਿਓਂ, ਉਹ ਅਵੋਇਡ ਕਰਦੀਆਂ ਵੀ ਭਾਈ ਇੱਥੇ ਬਿਜ਼ਨਸ ਨਹੀਂ ਲਿਖਣਾ ਗਾ। ਤੇ ਦੂਸਰਾ ਹੈਗਾ ਕਿ ਆਪਣੀ ਜਿਹੜੀਆਂ ਲੈਜਿਸਲੇਟਿਵ ਚੇਂਜਸ ਆਈਆਂ ਹੈਗੀਆਂ ਕਿ ਹੁਣ ਇੱਕ DCPD ਇੱਕ ਰਾਈਡਰ ਐਡ ਹੋਇਆ ਹੈਗਾ। ਮੈਂ ਇਹੀ ਪੁੱਛਣਾ ਸੀ ਤੁਹਾਨੂੰ ਵੀ ਇਹ ਕੀ ਆ, DCPD ਕੀ ਆ? DCPD ਭਾਜੀ ਇਹਨੂੰ ਕਹਿੰਦੇ ਹੈਗੇ ਆ ਡਾਇਰੈਕਟ ਕੰਪਨਸੇਸ਼ਨ ਫॉर ਪ੍ਰੋਪਰਟੀ ਡੈਮੇਜ। ਠੀਕ ਹੈ। ਅੱਛਾ ਜੀ। ਸੋ ਬੇਸਿਕਲੀ ਪਹਿਲਾਂ ਕੀ ਸੀਗਾ ਵੀ ਜਦੋਂ ਕੋਈ ਇੰਸ਼ੋਰੈਂਸ ਦਾ ਤੁਹਾਡਾ ਕਲੇਮ ਹੋ ਜਾਂਦਾ, ਪ੍ਰੋਪਰਟੀ ਡੈਮੇਜ ਮੀਨਸ ਘਰ ਦਾ ਜਿਹੜਾ ਨੁਕਸਾਨ ਹੋਇਆ, ਨਾਟ ਫਿਜ਼ੀਕਲ ਜਾਂ ਤੁਹਾਡਾ ਮੈਡੀਕਲ ਨਹੀਂ, ਬਟ ਜਦ ਤੁਸੀਂ ਹਮੇਸ਼ਾ ਦੂਸਰੀ ਕੰਪਨੀ ਨੂੰ ਸੂ ਕਰਦੇ ਸੀ ਜਾਂ ਦੂਸਰੀ ਕੰਪਨੀ ਤੋਂ ਆਪਦਾ ਤੁਸੀਂ ਕਲੇਮ ਲੈਂਦੇ ਸੀਗੇ। ਠੀਕ ਹੈ। ਸੋ ਜਿਹੜੇ ਐਟ ਫਾਲਟ ਹੁੰਦਾ ਸੀਗਾ, ਬਟ ਹੁਣ ਕੀ ਹੈਗਾ ਵੀ ਜੇ ਤੁਹਾਡਾ ਫਾਲਟ ਨਹੀਂ ਹੈਗਾ, ਠੀਕ ਹੈ, ਤਾਂ ਤੁਸੀਂ ਆਪਣੀ ਕੰਪਨੀ ਨੂੰ ਹੀ ਕਲੇਮ ਕਰ ਸਕਦੇ ਹੋ। ਜੀ। ਸੋ ਸਪੈਸ਼ਲੀ ਉਹਨਾਂ ਦਾ ਬੈਨੀਫਿਟ ਹੈਗਾ, ਜਿਵੇਂ ਥਰਡ ਪਾਰਟੀ ਇੰਸ਼ੋਰੈਂਸ ਹੈਗੇ ਆ, ਸੋ ਉਹਨਾਂ ਨੂੰ ਉਹਨਾਂ ਦੀ ਕੰਪਨੀ ਜਿਹੜੀ ਹੈਗੀ ਆ ਉਹ ਰਿਸਪੌਂਡ ਨਹੀਂ ਕਰਦੀ ਗਈ ਉਹਨਾਂ ਦੇ ਕਲੇਮ ਨੂੰ। ਕਹਿੰਦੇ ਭਾਈ ਪੰਨੂ ਸਾਹਿਬ ਨੇ ਤੁਹਾਡੀ ਕਾਰ 'ਚ ਕਾਰ ਮਾਰੀ ਹੈ, ਤੁਸੀਂ ਪੰਨੂ ਸਾਹਿਬ ਨਾਲ ਜਾ ਕੇ ਗੱਲ ਕਰੋ ਜਾਂ ਉਹਨਾਂ ਦੀ ਇੰਸ਼ੋਰੈਂਸ ਨਾਲ ਗੱਲ ਕਰੋ। ਹੁਣ ਉਹ ਝੰਜਟ ਖਤਮ ਹੋ ਗਿਆ, ਉਹ ਆਪਦੀ ਕੰਪਨੀ ਦੇ ਨਾਲ ਗੱਲ ਕਰ ਸਕਦੇ ਆ ਸਿੱਧਾ। ਬਟ ਉਹਦੇ ਨਾਲ ਕੀ ਹੈ ਵੀ ਥੋੜ੍ਹੇ ਜਿਹੇ ਐਕਸਪੈਂਸਿਸ ਦੇ ਵਿੱਚ ਵਾਧਾ ਵੀ ਹੋਇਆ। ਕਾਫੀ ਲੋਕਾਂ ਨੂੰ ਉਹਦੀ ਜਿਹੜੀ ਹੈਗੀ ਇੰਸ਼ੋਰੈਂਸ ਘਟੀ ਹੈ, ਪਰ ਕਾਫੀਆਂ ਦੀ ਵਧੀ ਵੀ ਹੈਗੀ ਆ। ਉਹ ਡਿਪੈਂਡ ਕਰਦਾ ਤੁਹਾਡੇ ਆਪ ਦੇ ਵਹੀਕਲ ਦੀ ਰੇਟਿੰਗ ਹੈ। ਜੇ ਤੁਹਾਡਾ $1,00,000 ਦਾ ਵਹੀਕਲ ਹੈ, ਆਫਕੋਰਸ ਥੋੜੀ ਇੰਸ਼ੋਰੈਂਸ ਵਧੂ ਕਿਉਂਕਿ ਤੁਹਾਡੀ ਕੰਪਨੀ ਉਹ ਕਲੇਮ ਕਰੂਗੀ। ਪਰ ਜੇ ਤੁਹਾਡਾ ਵਹੀਕਲ 10,000 ਦਾ ਹੈਗਾ ਤਾਂ ਉਹ ਥੋੜਾ ਘਟਣ ਦੇ ਚਾਂਸ ਹੈਗੇ, ਤੁਸੀਂ ਐਵਰੇਜ ਨਾਲੋਂ ਚ ਸਸਤਾ ਵਹੀਕਲ ਹੈਗਾ, ਕਿਉਂਕਿ ਉਹਨਾਂ ਦਾ ਜਿਹੜਾ ਐਕਸਪੋਜ਼ਰ ਆ ਥੋੜਾ ਜਿਹਾ ਘੱਟ ਹੈਗਾ। ਤੇ ਇੱਕ ਗੱਲ
ਜੇ ਆਪਾਂ ਹੁਣ ਤੁਸੀਂ ਗੱਲ ਜਿਵੇਂ ਕੀਤੀ ਵੀ $1,00,000 ਦੀ ਗੱਡੀ ਆ, ਉਹਦੀ ਹਾਇਰ ਐਂਡ ਤੇ ਹੋ ਸਕਦੀ ਇੰਸ਼ੋਰੈਂਸ ਥੋੜਾ ਸਸਤਾ ਹੋਏ ਤੇ ਘੱਟ ਵਾਲੇ ਪਾਸੇ ਨੂੰ, ਤੇ ਇਹਦੇ 'ਚ ਜਦੋਂ ਆਪਾਂ ਇੰਸ਼ੋਰੈਂਸ ਲੈਂਦੇ ਤਾਂ ਇੱਕ ਲਾਇਬਿਲਿਟੀ ਦਾ ਵੀ ਮੁੱਦਾ ਜ਼ਰੂਰ ਆਉਂਦਾ, ਉਹ ਲਾਇਬਿਲਿਟੀ ਕਲੌਜ਼ ਵੀ ਹੁੰਦਾ। ਕਿੰਨੀ ਕੁ ਲਾਇਬਿਲਿਟੀ ਜਿਹੜੀ ਆ ਸਾਨੂੰ ਰੱਖ ਲੈਣੀ ਚਾਹੀਦੀ ਆ ਜਿਹੜੀ ਇੰਸ਼ੋਰੈਂਸ ਲੈਣ ਲੱਗਿਆ? ਪੰਨੂ ਸਾਹਿਬ, ਜਿੰਨੀ ਵੀ ਲਾਇਬਿਲਿਟੀ ਹੋਵੇ ਉਨੀ ਥੋੜੀ ਹੈ। ਅੱਛਾ ਜੀ। ਕਿਉਂਕਿ ਜਿਸ ਤਰ੍ਹਾਂ ਆਪਾਂ ਅਮਰੀਕਾ 'ਚ ਸੁਣਦੇ ਆ ਨਾ, ਹਰ ਕਿਸੇ ਨੂੰ ਸੂ ਕਰੀ ਜਾਂਦਾ ਹੈ। ਹਾਂ, ਠੀਕ ਹੈ। ਸੋ ਆਪਣੇ ਵੀ ਉਹ ਟ੍ਰੈਂਡ ਚੱਲ ਪਿਆ ਵੀ ਜਦੋਂ ਤੁਹਾਡੇ ਮਾੜੀ ਜੀ ਕਾਰ ਲੱਗਦੀ ਨਹੀਂ ਗੀ, ਕਈ ਵਾਰੀ ਹੁੰਦਾ ਵੀ ਆਪਾਂ ਕਹਿੰਦੇ ਆ ਵੀ ਵਿੱਚ ਜੇ ਮੱਖੀ ਵੀ ਹੁੰਦੀ ਕਾਰਾਂ ਦੇ ਵਿੱਚ ਉਹ ਵੀ ਨਿਕਲ ਜਾਣੀ ਸੀ, ਬਟ ਲੋਕ ਰਾਈਟ ਵੇ ਵਕੀਲਾਂ ਕੋਲੇ ਭੱਜਦੇ ਆ, ਸੂ ਕਰਦੇ ਆ। ਠੀਕ ਹੈ। ਸੋ ਤੁਸੀਂ ਇੱਕ ਐਗਜ਼ਾਮਪਲ ਦੇਣਾ ਵੀ ਮੰਨ ਲਓ ਤੁਹਾਡੇ ਤੋਂ ਐਕਚੁਅਲ 'ਚ ਕੋਈ ਵੱਡਾ ਐਕਸੀਡੈਂਟ ਹੋ ਗਿਆ, ਠੀਕ ਹੈ, ਤੇ ਦੂਸਰੀ ਕਾਰ ਦੇ ਵਿੱਚ ਕੋਈ ਹਾਈ ਅਰਨਰ ਆਦਮੀ ਬੈਠਾ ਹੈ, ਮੰਨ ਲਓ ਵਕੀਲ ਹੈ, ਮੰਨ ਲਓ ਡਾਕਟਰ ਹੈ, ਠੀਕ ਹੈ, ਸੋ ਜਿਹਦੀ ਲਾਈਫ ਟਾਈਮ ਅਰਨਿੰਗ ਉਹ ਸਾਲ ਦਾ ਜਿਵੇਂ ਮੰਨ ਲਓ $5,00,000 ਬਣਾਉਂਦੇ ਹੈਗੇ ਆ, ਠੀਕ ਹੈ। ਜੇ ਤੁਸੀਂ ਉਹਨਾਂ ਨੂੰ ਅਪਾਹਜ ਕਰਤਾ ਜਾਂ ਕੁਛ ਹੋਰ ਹੋ ਗਿਆ ਤੇ ਐਨ ਉਹਨਾਂ ਦੀ ਵਰਕਿੰਗ ਲਾਈਫ ਦੇ ਅਗਲੇ 20 ਸਾਲ ਪਏ ਹੈਗੇ ਆ, ਸੋ ਦੈਟ ਕੈਨ ਬੀ ਇਨ ਮਿਲੀਅਨਸ ਆਫ ਡਾਲਰਸ। ਠੀਕ ਹੈ। ਤੇ ਦੂਸਰੀ ਇੱਕ ਲੋਕਾਂ 'ਚ ਕੀ ਹੈਗਾ ਨਾ, ਕਈ ਵਿੱਚ ਸੋਚ ਹੈਗੀ ਕਿ ਮੇਰੀ ਇੰਨੀ ਲਾਇਬਿਲਿਟੀ ਹੈਗੀ ਹੈ, ਇਹ ਇਨਫ ਹੈ ਤੇ ਮੇਰਾ ਕੇਸ ਇੰਨਾ ਹੀ ਹੋਊਗਾ। ਤੁਹਾਡੀ ਲਾਇਬਿਲਿਟੀ ਕਵਰੇਜ ਦਾ ਤੁਹਾਡੇ ਜੱਜਮੈਂਟ ਦੇ ਨਾਲ ਕੋਈ ਤਾਲੁਕ ਨਹੀਂਗਾ। ਹੋ ਸਕਦਾ 5 ਮਿਲੀਅਨ ਦੀ ਜੱਜਮੈਂਟ ਤੁਹਾਡੇ ਖਿਲਾਫ ਆ ਜਾਏ, ਠੀਕ ਹੈ, ਬਟ ਜੋ ਸਾਡੇ ਆਫਿਸ 'ਚ ਹੈਗਾ, ਅਸੀਂ ਮਿਨੀਮਮ 2 ਮਿਲੀਅਨ ਦੀ ਲਾਇਬਿਲਿਟੀ ਕਰਦੇ ਹਾਂ। ਅਸੀਂ ਮਿਲੀਅਨ ਦੀ ਕਰਦੇ ਹੀ ਨਹੀਂ, ਕਿਉਂਕਿ ਜੇ ਅਸੀਂ ਕਰਦੇ ਹਾਂ ਅਸੀਂ ਸ਼ਾਇਦ ਬਿਜ਼ਨਸ ਤਾਂ ਜ਼ਿਆਦਾ ਲੈ ਲਾਂਗੇ, ਬਟ ਉਹ ਸਾਡੇ ਕਲਾਇੰਟਸ ਦੇ ਨਾਲ ਇਨਸਾਫ ਨਹੀਂ ਹੋਊਗਾ, ਕਿਉਂਕਿ ਅਸੀਂ ਉਹਨਾਂ ਨੂੰ ਫਿਰ ਵੀ ਜਿਹੜਾ ਹੈਗਾ ਨਾ ਐਕਸਪੋਜ਼ ਰੱਖਿਆ ਲਾਅ ਸੂਟਸ ਵਾਸਤੇ, ਹੋਰਾਂ ਵਾਸਤੇ। ਸੋ ਜਿਹੜੀ 2 ਮਿਲੀਅਨ ਦੀ ਹੈਗੀ ਅੱਜ ਦੇ ਸਮੇਂ ਦੇ ਵਿੱਚ, ਉਹ ਇੱਕ ਰੀਜ਼ਨੇਬਲ ਲਾਇਬਿਲਿਟੀ ਹੈਗੀ ਹੈ, ਬਟ ਉਹਦਾ ਮਤਲਬ ਇਹ ਨਹੀਂਗਾ ਕਿ ਜਿਹੜਾ ਤਾਂ ਕਲੇਮ ਹੈ 2 ਮਿਲੀਅਨ ਦੇ ਅੰਡਰ ਹੀ ਹੋ ਸਕਦਾ, ਉਹ ਜ਼ਿਆਦਾ ਵੀ ਹੋ ਸਕਦਾ। ਤੇ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਫਿਰ ਤੁਹਾਡੇ ਪਰਸਨਲ ਪ੍ਰਾਪਰਟੀ ਸਾਰੀਆਂ ਚੀਜ਼ਾਂ ਤੇ ਉਹ ਕਲੇਮ ਆ ਜਾਂਦਾ। ਜਿਹੜੇ ਹੁਣ ਅਸੀਂ ਦੇਖ ਰਹੇ ਹਾਂ ਬਰਾੜ ਸਾਹਿਬ, ਇੱਕ ਗੱਲ ਹੋਰ ਵੀ ਆ ਕਿ ਪਿੱਛੇ ਜੇ ਹਾਊਸਿੰਗ ਮਾਰਕੀਟ ਤੁਹਾਨੂੰ ਪਤਾ ਵੀ ਬੜੀ ਰਹੀ ਸਾਡੀ, ਕਾਫੀ ਜਿਹੜੇ ਘਰਾਂ ਦੇ ਰੇਟ ਵੀ ਆ ਉਹ ਬੜੇ ਬਾਹਰਲੇ ਪ੍ਰੋਵਿੰਸਿਸ ਤੋਂ ਲੋਕ ਇੱਥੇ ਬੜੇ ਮੂਵ ਹੋਏ, ਤੇ ਜਦੋਂ ਲੋਕ ਮੂਵ ਹੋਏ ਓਬਵੀਅਸਲੀ ਨਵੇਂ ਡਰਾਈਵਰਸ ਵੀ, ਉਹ ਦੇ ਆਰ ਡਰਾਈਵਰਸ, ਉਹਨਾਂ ਵਾਸਤੇ ਫਿਰ ਹੁਣ ਤੁਸੀਂ ਕੀ ਸਲਾਹ ਦਵੋਗੇ ਜਿਹੜੇ ਲੋਕ ਇੱਥੇ ਨਵੇਂ ਮੂਵ ਹੋਏ ਆ ਦੂਜੇ ਪ੍ਰੋਵਿੰਸਿਸ ਤੋਂ? ਇਹਦੇ ਵਿੱਚ ਭਾਜੀ ਜਿਹੜੇ ਨਾ ਲੋਕ BC ਤੋਂ ਮੂਵ ਹੋਏ ਆ, ਸਪੈਸ਼ਲੀ ਕਿਉਂਕਿ ਉੱਥੇ ਗਵਰਨਮੈਂਟ ਇੰਸ਼ੋਰੈਂਸ ਹੈਗੀ ਆ, ਠੀਕ ਹੈ। ਆਪਣੇ ਅਲਬਰਟਾ ਦੇ ਵਿੱਚ ਪ੍ਰਾਈਵੇਟ ਇੰਸ਼ੋਰੈਂਸ ਹੈਗੀ ਆ, ਸੋ ਥੋੜਾ ਡਿਫਰੈਂਸ ਹੈਗਾ, ਅੰਡਰਸਟੈਂਡਿੰਗ ਦਾ ਵੀ ਫਰਕ ਹੈਗਾ, ਠੀਕ ਹੈ। ਸੋ ਕਿਉਂਕਿ ਜਿਹੜੀ ਇੰਸ਼ੋਰੈਂਸ ਹੈਗੀ ਆ ਇਹ ਪ੍ਰੋਵਿੰਸ਼ੀਅਲੀ ਰੈਗੂਲੇਟਿਡ ਇੰਡਸਟਰੀ ਹੈਗੀ ਹੈ, ਨਾਟ ਫੈਡਰਲੀ ਜੀ, ਠੀਕ ਹੈ। ਫੈਡਰਲ ਨੂੰ ਓਵਰਸੀ ਕਰਦੇ ਬਟ ਇਟਸ ਸਟਿਲ ਪ੍ਰੋਵਿੰਸ਼ੀਅਲ। ਜਿਵੇਂ ਅੰਟਾਰੀਓ ਤੋਂ ਲੋਕ ਮੂਵ ਹੋ ਰਹੇ ਆ, ਅੰਟਾਰੀਓ ਦੇ ਵਿੱਚ ਪ੍ਰਾਈਵੇਟ ਹੈਗੀ ਆ, ਹੁਣ ਕਾਫੀ ਹੱਦ ਤੱਕ ਅਲਬਰਟਾ ਵਰਗੀ ਆ, ਪਹਿਲਾਂ ਉਹਨਾਂ ਦੇ DCPD ਸੀਗਾ, ਆਪਣੇ ਨਹੀਂ ਸੀਗਾ, ਓਕੇ। ਤੇ ਦੂਸਰਾ ਜਿਵੇਂ ਸਸਕੈਚੁਅਨ ਚੋਂ ਮੂਵ ਹੋ ਰਹੇ ਆ, ਆਪਣੇ ਮੈਨੀਟੋਬਾ ਤੋਂ ਮੂਵ ਹੋ ਰਹੇ ਆ, ਉੱਥੇ ਗਵਰਨਮੈਂਟ ਇੰਸ਼ੋਰੈਂਸ ਹੈਗੀ ਆ, ਸੋ ਇਟਸ ਅ ਡਿਫਰੈਂਟ ਇੰਡਸਟਰੀ। ਬਟ ਜਦੋਂ ਲੋਕ ਅਲਬਰਟਾ 'ਚ ਮੂਵ ਹੋਣ ਤਾਂ ਜ਼ਰੂਰੀ ਹੈ ਕਿ ਪਹਿਲਾਂ ਤਾਂ ਆਪਦੇ ਉਸ ਪ੍ਰੋਵਿੰਸ ਤੋਂ ਡਰਾਈਵਰਸ ਐਬਸਟਰੈਕਟ ਲੈ ਕੇ ਆਉਣ, ਠੀਕ ਹੈ। ਜਿਸ ਘੱਟੋ ਘੱਟ 3 ਸਾਲਾਂ ਦੀ ਉਹਨਾਂ ਦੀ ਹਿਸਟਰੀ ਹੋਵੇ, ਜੇ ਜ਼ਿਆਦਾ ਹੋਵੇ 5 ਦੀ ਹੋਵੇ ਤਾਂ ਹੋਰ ਵੀ ਚੰਗੀ ਹੈ, ਠੀਕ ਹੈ। ਫਿਰ ਹੈਗਾ ਕਿ ਆਪਦੇ ਇੰਸ਼ੋਰਰ ਤੋਂ, ਠੀਕ ਹੈ, ਜੇ ਪ੍ਰਾਈਵੇਟ ਇੰਸ਼ੋਰੈਂਸ ਆਪਦੇ ਬ੍ਰੋਕਰਸ ਤੋਂ ਉਹ ਲੈ ਕੇ ਦੇਣਗੇ ਉਹਨਾਂ ਨੂੰ ਕਲੇਮ ਐਕਸਪੀਰੀਅੰਸ ਲੈਟਰ ਲੈ ਕੇ ਆਉਣ ਵੀ ਪਿਛਲੇ 6 ਸਾਲਾਂ ਦੇ ਵਿੱਚ ਜਾਂ ਕਿ ਜਦੋਂ ਚਲਾਉਂਦੇ ਹੈਗੇ ਆ, ਕਿੰਨੇ ਐਕਸੀਡੈਂਟਸ ਹੈਗੇ ਆ, ਕੀ ਕੁਛ ਹੈਗੇ ਆ, ਠੀਕ ਹੈ। ਬਾਕੀ ਅਲਬਰਟਾ ਦੇ ਵਿੱਚ ਇਹ ਵੀ ਹੈਗਾ ਕਿ ਜੇ ਕੋਈ ਨਵੇਂ ਡਰਾਈਵਰਸ ਵੀ ਹੈਗੇ ਆ ਇੱਥੇ ਆਉਂਦੇ, ਕੋਲ ਘੱਟ ਐਕਸਪੀਰੀਅੰਸ ਵੀ ਹੈ, ਜੇ ਇੱਥੇ ਆਉਂਦੇ ਆ ਉਹ ਜੇ ਡਰਾਈਵਰਸ ਦਾ ਟ੍ਰੇਨਿੰਗ ਲੈ ਲੈਂਦੇ ਆ, ਠੀਕ ਹੈ, ਤਾਂ ਉਹਨਾਂ ਨੂੰ ਆਟੋਮੈਟਿਕਲੀ 3 ਸਾਲ ਦੇ ਐਕਸਪੀਰੀਅੰਸ ਦਾ ਕ੍ਰੈਡਿਟ ਮਿਲ ਜਾਂਦਾ ਹੈ, ਜਿਹਦੇ ਨਾਲ ਉਹਨਾਂ ਦੀ ਆ ਕੇ ਜੇ ਟ੍ਰੇਨਿੰਗ ਲੈਣੇ, ਹਾਂਜੀ, ਠੀਕ ਹੈ। ਬਟ ਉਹ ਡਰਾਈਵਰਸ ਟ੍ਰੇਨਿੰਗ ਚਾਹੀਦੀ ਜੀ, ਉੱਥੋਂ ਵੀ ਹੋਵੇ ਟ੍ਰੇਨਿੰਗ ਸਰਟੀਫਿਕੇਟ ਹੋਵੇ, ਜਿਵੇਂ ਨਵੇਂ ਬੱਚੇ ਵੀ ਹੁੰਦੇ ਆਪਣੇ ਮਤਲਬ 18-20 ਸਾਲ ਦੇ 21 ਸਾਲ ਦੇ ਹੈਗੇ ਆ, ਲਾਇਸੈਂਸ ਹੋਲਡਰ ਹੈਗੇ ਵੀ ਨੇ ਉਧਰ ਦਾ, ਸਟਿਲ ਇੱਥੇ ਆ ਕੇ ਤੇ ਕਿਸੇ ਡਰਾਈਵਿੰਗ ਸਕੂਲ ਤੋਂ ਲਾਇਸੈਂਸ ਨਹੀਂ, ਉਹ ਥੋੜਾ ਜਿਹਾ ਉਹ ਤੇ ਲਿਮਿਟੇਸ਼ਨਸ ਹੈਗੀਆਂ ਡਿਫਰੈਂਟ ਕੰਪਨੀਆਂ ਦੀਆਂ ਵੀ, ਬਟ ਉਹ ਜੇ ਨਵੇਂ ਡਰਾਈਵਰਸ ਹੈਗੇ ਤਾਂ ਜ਼ਰੂਰ ਲੈਣ, ਜੇ ਉਹਨਾਂ ਕੋਲ ਐਕਸਪੀਰੀਅੰਸ ਘੱਟ ਹੈ ਤਾਂ ਉਹ ਜ਼ਰੂਰ ਲੈਣ। ਤੇ ਤੀਸਰੀ ਗੱਲ ਹੈਗੀ ਆ ਕਿ ਉਹ ਅਲਬਰਟਾ ਦੇ ਵਿੱਚ ਆ ਕੇ ਆਪਦੇ ਫੈਮਿਲੀ ਮੈਂਬਰ ਜਿੰਨੇ ਵੀ ਉਹਨਾਂ ਦੇ ਡਰਾਈਵਿੰਗ ਹੈਗੇ ਆ, ਜਿਨ੍ਹਾਂ ਦੇ ਕੋਲੇ ਲਾਇਸੈਂਸਿਸ ਹੈਗੇ ਆ, ਉਹਨਾਂ ਨੂੰ ਐਡ ਕਰਨਾ ਜ਼ਰੂਰੀ ਹੈ। ਹੁਣ ਕਈ ਵਾਰੀ ਕੀ ਹੈਗਾ ਨਾ, ਮੰਨ ਲਓ ਜੇ ਪਿਤਾ ਜੀ ਹੈਗੇ ਉਹ 40 ਸਾਲ ਦੇ ਆ, ਮੰਨ ਲਓ 45-50 ਸਾਲ ਦੇ ਹੈਗੇ ਆ, ਬੇਟਾ ਉਹਨਾਂ ਦਾ 25 ਸਾਲ ਦਾ 24 ਸਾਲ ਦਾ, ਉਹ ਕਹਿਣਗੇ ਵੀ ਇਹਦੇ ਨਾਲ ਮੇਰੀ ਇੰਸ਼ੋਰੈਂਸ ਵੱਧ ਜੂਗੀ, ਇਹਨੂੰ ਰਹਿਣ ਦਿੰਦੇ ਆ ਵੀ ਚਲਾਊਗਾ, ਕਲੇਮ ਤਾਂ ਪੇ ਹੋ ਜਾਊਗਾ। ਸੋ ਟੈਕਨੀਕਲੀ ਉਹ ਇੱਕ ਫਰਾਡ ਹੈਗਾ, ਠੀਕ ਹੈ। ਨੰਬਰ 2, ਇੰਸ਼ੋਰੈਂਸ ਕੰਪਨੀ ਕੋਲੇ ਰਾਈਟ ਹੈਗਾ
ਕਿ ਉਹ ਤੁਹਾਡੀ ਇੰਸ਼ੋਰੈਂਸ ਕਲੇਮ ਡਿਨਾਈ ਕਰ ਸਕਦੇ ਆ ਜੇ ਤੁਹਾਡੇ ਬੇਟੇ ਤੋਂ ਜਾਂ ਅਨਇੰਸ਼ੋਰਡ ਜਿਹੜਾ ਰਿਪੋਰਟਡ ਡਰਾਈਵਰ ਹੈਗਾ ਤੁਹਾਡੀ ਫੈਮਿਲੀ ਦੇ ਵਿੱਚ ਜੇ ਉਹ ਚਲਾਉਂਦਾ ਹੈਗਾ, ਠੀਕ ਹੈ। ਪਰ ਕਈ ਲੋਕ ਕਰਦੇ ਆ ਵੀ ਹਾਈਡ ਕਰਦੇ ਆ ਉਹ ਚੀਜ਼ਾਂ, ਸੋ ਉਹ ਇੱਕ ਗਲਤ ਪ੍ਰੈਕਟਿਸ ਹੈਗੀ ਹੈ ਜਿਸ ਤੋਂ ਸਾਨੂੰ ਨਿਕਲਣਾ ਚਾਹੀਦਾ। ਸੋ ਕਈ ਵਾਰੀ ਕੀ ਹੁੰਦਾ, ਥੋੜਾ ਪ੍ਰੀਮੀਅਮ ਵੱਧ ਪੇ ਕਰਨਾ ਪੈਂਦਾ ਹੈ, ਬਟ ਤੁਹਾਨੂੰ ਮੈਂਟਲ ਸੈਟਿਸਫੈਕਸ਼ਨ ਹੁੰਦੀ ਹੈ, ਸ਼ਾਂਤੀ ਹੁੰਦੀ ਹੈ। ਪਲੱਸ ਜੇ ਅਨਇੰਸ਼ੋਰਡ ਜਿਹੜਾ ਡਰਾਈਵਰ ਹੈਗਾ, ਜੇ ਯੰਗ ਹੈਗਾ, ਜੇ ਉਹਦੇ ਤੋਂ ਹੋ ਜਾਂਦਾ ਹੈ ਤਾਂ ਤੁਹਾਡੇ ਉਹ ਕਲੇਮ ਤੁਹਾਡੇ ਤੇ ਆਉਂਦਾ, ਫਿਰ ਤੁਹਾਡੇ ਸਾਰੇ ਪਰਿਵਾਰ ਦਾ ਪ੍ਰੀਮੀਅਮ ਵੱਧ ਜਾਂਦਾ ਹੈ, ਲੌਂਗ ਟਰਮ ਦੇ ਵਿੱਚ ਤੁਹਾਨੂੰ ਨੁਕਸਾਨ ਹੁੰਦਾ ਹੈ। ਇੱਕ ਤੁਹਾਡੇ ਕੋਲੋਂ ਮੈਂ ਜਿਹਨੂੰ ਕਹਿੰਦੇ ਹੁੰਦੇ ਨਾ, ਉਹ ਕਹਿੰਦੇ ਵੀ ਬਿਜ਼ਨਸ ਦੇ ਗੁਰ ਜਿਹੜੇ ਹੁੰਦੇ ਆ ਅੰਦਰਲੇ, ਉਹ ਵੈਸੇ ਨਹੀਂ ਦੱਸਣੇ ਚਾਹੀਦੇ, ਪਰ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ। ਇੱਕ ਪਰਿਵਾਰ ਦੇ ਵਿੱਚ 3 ਮੈਂਬਰ ਨੇ, ਸਿਨੈਰੀਓ ਹੈ ਜੀ, 3 ਮੈਂਬਰ ਨੇ, ਇੱਕ ਬੰਦਾ, ਇੱਕ ਉਹਨਾਂ ਦੀ ਵਾਈਫ, ਇੱਕ ਉਹਨਾਂ ਦਾ ਚਾਈਲਡ, ਠੀਕ ਹੈ ਜੀ। ਜਿਹੜੇ ਦੋਨੋਂ ਹੀ ਨੇ ਹਸਬੈਂਡ ਵਾਈਫ, ਉਹਨਾਂ ਕੋਲ ਸਮਝ ਲਓ ਕਿ 5-5, 6-6 ਸਾਲ ਪੁਰਾਣਾ ਲਾਇਸੈਂਸ ਆ, ਠੀਕ ਹੈ ਜੀ, ਫੁੱਲ ਲਾਇਸੈਂਸ ਆ ਉਹਨਾਂ ਕੋਲ। ਤੇ ਜਿਹੜਾ ਬੱਚਾ ਉਹਨਾਂ ਦਾ, ਉਹਨੇ ਹੁਣ GDL ਲਾਇਸੈਂਸ ਲੈ ਲਿਆ ਜੀ। ਗੱਡੀਆਂ ਵੀ ਉਹਨਾਂ ਕੋਲ 2 ਨੇ। ਤੇ ਜਿਹੜਾ ਬੱਚਾ ਆ, ਜੇ ਉਹਨੂੰ ਵੀ ਉਹਨਾਂ ਨੇ ਹੁਣ ਓਬਵੀਅਸਲੀ GDL ਲਾਇਸੈਂਸ ਜਦੋਂ ਉਹਨੇ ਲੈ ਲਿਆ, ਤੇ ਉਹਨੂੰ ਕਿਸੇ ਉਹਨਾਂ ਨੇ ਐਡ ਤੇ ਕਰਨਾ ਹੀ ਆ ਵਿੱਚ ਐਜ਼ ਨਾਲ ਕੋ ਡਰਾਈਵਰ। ਕਿਸ ਗੱਡੀ ਦੇ ਵਿੱਚ ਕਰਨ, ਕੀ ਉਹਨੂੰ ਦੋਨਾਂ ਦੇ ਵਿੱਚ ਕਰ ਲੈਣ ਜਾਂ ਇੱਕ ਦੇ ਵਿੱਚ ਰੱਖਣ, ਕਿਸ ਤਰੀਕੇ ਨਾਲ? ਕਿਉਂਕਿ ਇਹ ਬੜੀ ਟ੍ਰਿਕੀ ਜੀ ਸਿਚੁਏਸ਼ਨ ਹੁੰਦੀ ਕਈ ਵਾਰੀ। ਉਹ ਐਟਲੀਸਟ ਇੱਕ ਗੱਡੀ ਦੇ ਵਿੱਚ ਉਹ ਜਿਹੜਾ ਹੈਗਾ ਓਕੇਜਨਲ ਡਰਾਈਵਰ ਐਡ ਹੋ ਜਾਂਦਾ ਹੈ, ਵੀ ਉਹ ਬੱਚੇ ਨੇ ਕਦੇ ਕਦੇ ਚਲਾਉਣੀ ਹੁੰਦੀ ਹੈ, ਠੀਕ ਹੈ। ਸੋ ਨਾਰਮਲੀ ਕੀ ਹੁੰਦਾ ਹੈ, ਤੁਸੀਂ ਉਹਨੂੰ ਸਸਤੀ ਗੱਡੀ ਤੇ ਐਡ ਕਰੋਗੇ ਵੀ ਜੇ ਉਹ ਕਦੇ ਕਦੇ ਚਲਾਉਂਦਾ, ਜਿਹੜੀ ਗੱਡੀ ਉਹਨੇ ਐਕਸਟਰਾ ਚਲਾਉਣੀ ਆ। ਹੁਣ ਜੇ ਮੰਨ ਲਓ ਇੱਕ ਡੈਡ ਦੀ, ਜਿਵੇਂ ਮੰਨ ਲਓ $1,00,000 ਦੀ ਗੱਡੀ ਹੈਗੀ ਹੈ, ਮਰਸੀਡੀਜ਼ ਹੈ, ਠੀਕ ਹੈ। ਇੱਕ ਉਹਨਾਂ ਨੇ ਰੱਖੀ ਵੀ ਹੈਗੀ ਹੈ $50,000 ਦੀ ਗੱਡੀ ਹੈਗੀ ਹੈ, ਠੀਕ ਹੈ। ਜਸਟ ਐਗਜ਼ਾਮਪਲ, ਉਹ ਯੰਗ ਬੱਚਾ ਹੈਗਾ, ਉਹਨੂੰ $1,00,000 ਦੀ ਗੱਡੀ ਤਾਂ ਦੇਣਗੇ ਨਹੀਂ, ਠੀਕ ਹੈ। ਉਹ ਛੋਟੀ ਗੱਡੀ ਚਲਾਊਗਾ ਤਾਂ ਉਹਨੂੰ ਉਹਦੇ ਤੇ ਕਰੋ। ਬਟ ਜੇ ਉਹ ਮੰਨ ਲਓ ਇੱਕ ਘਰੇ ਉਹਨਾਂ ਦੇ ਫਰਾਰੀ ਖੜੀ ਹੈ, ਹੁਣ ਬੱਚਾ ਕਹਿੰਦਾ ਮੈਂ ਤਾਂ ਫਰਾਰੀ ਚਲਾਉਣੀ ਹੈ, ਠੀਕ ਹੈ। ਸੋ ਬੈਟਰ ਹੈ ਕਿ ਬੱਚੇ ਨੂੰ ਉਹਦੇ ਉੱਤੇ ਐਡ ਕੀਤਾ ਹੋਵੇ। ਓਕੇ, ਠੀਕ ਹੈ। ਬਾਕੀ ਉਸ ਕੀ ਹੈ ਕਿ ਜਿਵੇਂ ਜਿਵੇਂ ਬੱਚੇ ਦਾ ਐਕਸਪੀਰੀਅੰਸ ਵਧੂਗਾ, ਡਰਾਈਵਿੰਗ ਰੈਕਡ ਬਣੂਗਾ, ਉਹਦਾ ਪ੍ਰੀਮੀਅਮ ਥੱਲੇ ਹੋਊਗਾ, ਉਹਦਾ ਪ੍ਰੀਮੀਅਮ। ਪਲੱਸ ਜੇ ਘਰ ਦੇ ਵਿੱਚ 3 ਗੱਡੀਆਂ ਹੋ ਜਾਂਦੀਆਂ ਕੱਲ ਨੂੰ, ਠੀਕ ਹੈ, ਤਾਂ ਬੱਚਾ ਆਪਦੀ ਗੱਡੀ ਦਾ ਪ੍ਰਿੰਸੀਪਲ ਡਰਾਈਵਰ ਬਣੂਗਾ। ਠੀਕ ਆ। ਉਹਦਾ ਪ੍ਰਿੰਸੀਪਲ ਡਰਾਈਵਰ ਬਣਨ ਤੋਂ ਬਾਅਦ ਜੇਕਰ ਪੇਰੈਂਟਸ ਜਿਹੜੇ ਆ ਉਹਦੇ ਉਹ ਥੱਲੇ ਨਾਲ ਉਹ ਜੋ ਐਡ ਹੋ ਜਾਣ, ਤੇ ਉਹਦੇ ਨਾਲ ਇੰਸ਼ੋਰੈਂਸ ਤੇ ਫਰਕ ਪੈਂਦਾ ਓਵਰਆਲ? ਜੇ ਉਹ ਪ੍ਰਿੰਸੀਪਲ ਡਰਾਈਵਰ ਹੋ ਜਾਂਦਾ, ਨਹੀਂ ਜੀ, ਕਿਉਂਕਿ ਉਹਦੇ ਉੱਤੇ ਉਹਦੀ ਰੇਟਿੰਗ ਬੱਚੇ ਦੀ ਹੋਊਗੀ, ਠੀਕ ਹੈ। ਤੇ ਜਿਹੜੀਆਂ ਅਲੱਗ-ਅਲੱਗ ਗੱਡੀਆਂ, ਜੇ 3 ਡਰਾਈਵਰ ਹੈਗੇ ਆ, 3 ਕਾਰਾਂ ਹੈਗੀਆਂ, ਤਾਂ ਸਾਰੇ ਇੱਕ ਪ੍ਰਿੰਸੀਪਲ ਡਰਾਈਵਰ ਬਣਨਗੇ। ਠੀਕ ਆ, ਠੀਕ ਆ ਜੀ। ਇਹ ਵੀ ਕਈ ਇਹੋ ਜਿਹੇ ਸਵਾਲ ਜਿਹੜੇ ਉਹ ਵੈਸੇ ਆਪਣੇ ਮਨ ਦੇ ਵਿੱਚ ਆ ਜਾਂਦੇ ਆ। ਇਹ ਅਲੱਗ-ਅਲੱਗ ਇੰਸ਼ੋਰੈਂਸ ਕੰਪਨੀਆਂ ਜੀ ਉਹ ਕਿਵੇਂ ਟਰੀਟ ਕਰਦੀਆਂ ਸਿਚੁਏਸ਼ਨ ਨੂੰ, ਠੀਕ ਹੈ। ਸੋ ਕਈ ਵਾਰੀ ਉਹ ਕਹਿਣਗੀਆਂ ਵੀ ਨਹੀਂ, ਇਹ ਜੇ ਮਹਿੰਗੀ ਗੱਡੀ ਆ, ਬੱਚਾ ਆਹੀ ਚਲਾਊਗਾ, ਅਸੀਂ ਇੱਥੇ ਰੇਟ ਕਰਾਂਗੇ। ਅੱਛਾ, ਇਹ ਇੰਸ਼ੋਰੈਂਸ ਕਹਿ ਸਕਦੀ ਹੈ? ਬਿਲਕੁਲ ਕਹਿ ਸਕਦੀ ਹੈ, ਇਹਨਾਂ ਕੋਲ ਡਿਸਕ੍ਰਿਸ਼ਨ ਹੁੰਦੀ ਹੈ, ਸੋ ਦੇ ਕੈਨ ਚੇਂਜ ਦੈਟ। ਉਹ ਅੱਛਾ ਜੀ, ਠੀਕ ਆ। ਮਤਲਬ ਇਹ ਆਪਣੀ ਮਰਜ਼ੀ ਨਹੀਂ ਆ ਫਿਰ ਕਿ ਮੈਂ ਇਸੇ ਗੱਡੀ ਤੇ ਰੱਖਣਾ, ਕੱਲ ਨੂੰ ਇੰਸ਼ੋਰੈਂਸ ਵੀ ਇਹ ਗੱਲ ਕਹਿ ਸਕਦਾ। ਕਿਉਂਕਿ ਜੀ ਉਹਨਾਂ ਦਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈਗਾ। ਹੁਣ ਜੇ ਤੁਸੀਂ ਘਰੇ ਮਸਟੈਂਗ ਰੱਖੀ ਵੀ ਹੈਗੀ ਹੈ, ਠੀਕ ਹੈ, ਤੇ ਦੂਜੀ ਤੁਹਾਡੇ ਕੋਲੇ ਮੰਨ ਲਓ ਹੋਰ ਕਾਰ ਹੈਗੀ ਹੈ, ਸਸਤੀ ਹੈ, ਹੁਣ ਉਹਨਾਂ ਨੂੰ ਪਤਾ ਹੈ ਵੀ ਪਿਤਾ ਜੀ ਨੇ ਮਸਟੈਂਗ ਨਹੀਂ ਚਲਾਉਣੀ ਹੈ, ਬੱਚੇ ਨੇ ਚਲਾਉਣੀ ਹੈ, ਫਿਰ ਉਹ ਕਹਿ ਸਕਦੇ ਆ ਵਾਹ, ਠੀਕ ਹੈ ਜੀ। ਉਹ ਤਾਂ ਬਿਜ਼ਨਸ ਆ ਉਹਨਾਂ ਦਾ, ਠੀਕ ਹੈ। ਬਰਾੜ ਸਾਹਿਬ, ਇੱਕ ਨੁਕਤਾ ਰਹਿ ਗਿਆ ਸੀਗਾ ਜਿਹੜੀ ਸਾਡੀ ਗੱਡੀਆਂ ਦੀ ਇੰਸ਼ੋਰੈਂਸ ਉਹਦੇ ਬਾਰੇ, ਕਿ ਜਦੋਂ ਕਾਰ ਇੰਸ਼ੋਰੈਂਸ ਲੈਣੀ ਹੋਏ ਤੇ ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਉਸ ਵੇਲੇ? ਵੀਰ ਜੀ, ਜਿਹੜੀਆਂ ਇੰਸ਼ੋਰੈਂਸਿਸ ਹੁੰਦੀਆਂ ਨਾ, ਸਾਰੀਆਂ ਸੇਮ ਨਹੀਂ ਹੁੰਦੀਆਂ ਗੀਆਂ, ਠੀਕ ਹੈ। ਉਹਨਾਂ ਦੇ ਵਿੱਚ ਕਈ ਕਵਰੇਜਸ ਦਾ ਫਰਕ ਹੁੰਦਾ ਹੈ, ਠੀਕ ਹੈ। ਸੋ ਇੱਕ ਤਾਂ ਆਪਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਰਿਵਿਊ ਕਰਨੀ ਚਾਹੀਦੀ ਜਿਹੜੀ ਪਾਲਿਸੀ ਆਉਂਦੀ ਹੈ। ਸੋ ਜੇ ਆਪਣੀ ਨਵੀਂ ਗੱਡੀ ਹੈਗੀ ਹੈ ਤਾਂ ਮੇਕ ਸ਼ੋਰ ਵੀ ਉਹਦੇ ਤੇ ਰਿਪਲੇਸਮੈਂਟ ਇੰਡੋਰਸਮੈਂਟ ਹੋਵੇ। ਜੇ ਕੱਲ ਨੂੰ ਗੱਡੀ ਮੰਨ ਲਓ ਤੁਹਾਡੀ ਸਾਲ ਬਾਅਦ 2 ਸਾਲ ਬਾਅਦ ਕਿਤੇ ਐਕਸੀਡੈਂਟ 'ਚ ਰਾਈਟ ਆਫ ਹੋ ਜੇ, ਤਾਂ ਜੇ ਗੱਡੀ ਤੁਹਾਡੀ 50,000 ਦੀ ਲਈ ਸੀ, ਜੇ ਅੱਜ ਉਹਦੀ ਵੈਲਿਊ 35,000 ਹੈ, ਤਾਂ ਇੰਸ਼ੋਰੈਂਸ ਕੰਪਨੀ ਤੁਹਾਨੂੰ 50,000 ਹੀ ਪੇ ਕਰੂਗੀ, ਠੀਕ ਹੈ। ਸੋ ਰਿਪਲੇਸ ਵਿਦ ਦੀ ਨਿਊ ਵਨ। ਸੋ ਉਹ 2 ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਜਿਹੜੀ ਤੁਹਾਨੂੰ ਕਵਰੇਜ ਮਿਲ ਜਾਂਦੀ ਹੈ ਅਲੱਗ-ਅਲੱਗ ਇੰਸ਼ੋਰੈਂਸ ਕੰਪਨੀਆਂ ਦੇ ਮੁਤਾਬਿਕ। ਫਿਰ ਇੱਕ ਜੇ ਤੁਹਾਡਾ ਰੈਕਡ ਕਲੀਅਰ ਹੈਗਾ ਜੀ, ਠੀਕ ਹੈ, 5-6 ਸਾਲਾਂ ਤੋਂ, ਤਾਂ ਐਕਸੀਡੈਂਟ ਫੋਰਗਿਵਨੈਸ ਜ਼ਰੂਰ ਹੋਣੀ ਚਾਹੀਦੀ ਹੈ, ਠੀਕ ਹੈ। ਸੋ ਰੱਬ ਨਾ ਕਰੇ ਜੇ ਤੁਹਾਡਾ ਬਾਈ ਫਾਲਟ ਐਕਸੀਡੈਂਟ ਹੋ ਜਾਏ ਤਾਂ ਤੁਹਾਡਾ ਪ੍ਰੀਮੀਅਮ ਨਹੀਂ ਵੱਧਦਾ ਜੇ ਤੁਹਾਡੇ ਕੋਲ ਐਕਸੀਡੈਂਟ ਫੋਰਗਿਵਨੈਸ ਜੇ ਉਹਦੇ ਵਿੱਚ ਇਨਕਲੂਡਡ ਹੈਗੀ ਹੈ। ਉਹ ਅੱਛਾ, ਠੀਕ ਹੈ। ਫਿਰ ਲਾਇਬਿਲਿਟੀ ਮਿਨੀਮਮ 2 ਮਿਲੀਅਨ ਹੋਵੇ, ਜੇ ਪਹਿਲਾਂ ਵੀ ਦੱਸ ਕੇ ਹਟੇ ਆ, ਕਿਉਂਕਿ ਐਕਸਪੋਜ਼ਰ ਬਹੁਤ ਹੁੰਦਾ ਹੈ। ਬਾਕੀ ਜਿੰਨੇ ਫੈਮਿਲੀ ਦੇ ਮੈਂਬਰਸ ਹੈ ਉਹ ਸਾਰਿਆਂ ਨੂੰ ਡਰਾਈਵਿੰਗ ਦੇ ਵਿੱਚ ਰੈਕਡਸ ਨੂੰ ਇਨਕਲੂਡ ਕੀਤਾ ਹੋਵੇ ਇੰਸ਼ੋਰੈਂਸ ਪਾਲਿਸੀ ਦੇ ਉੱਤੇ, ਠੀਕ ਹੈ। ਬਾਕੀ ਕੀ ਹੁੰਦਾ ਵੀ ਜੇ ਤੁਹਾਡੀ ਪਾਲਿਸੀ ਰਿਨਿਊਅਲ ਵਾਸਤੇ ਆ ਰਹੀ ਹੈ, ਹੋਰ ਆ ਰਹੀ ਹੈ, ਤਾਂ ਆਲਵੇਜ਼ ਸ਼ਾਪ ਅਰਾਊਂਡ, ਕਿ ਜ਼ਰੂਰੀ ਨਹੀਂ ਕਿ ਤੁਹਾਨੂੰ ਬੈਸਟ ਰੇਟ ਮਿਲ ਰਿਹਾ ਹੋਵੇ, ਠੀਕ ਹੈ। ਹੁਣ ਜੇ ਇੱਕ ਕੰਪਨੀ ਹੈ, ਉਹਨੇ ਆਪਣੇ ਪ੍ਰੀਮੀਅਮ ਵਧਾਤੇ ਹੈ, ਕਿਉਂਕਿ ਉਹਨਾਂ ਦਾ ਹਰ ਇੱਕ ਦਾ ਡਿਪੈਂਡ ਕਰਦਾ ਵੀ ਉਹਨੂੰ ਕਿਸ ਏਰੀਆ ਦੇ ਵਿੱਚ, ਕਿਸ ਸੈਕਟਰ ਦੇ ਵਿੱਚ ਕੀ ਲਾਸ ਰੇਸ਼ੋਜ਼ ਹੈਗੀਆਂ, ਠੀਕ ਹੈ। ਸੋ ਜਿਵੇਂ ਸਾਡੇ ਆਫਿਸ ਦੇ ਵਿੱਚ ਨਾਰਮਲ ਪ੍ਰੈਕਟਿਸ ਹੈਗੀ ਹੈ ਕਿ ਅਸੀਂ ਜਦੋਂ ਵੀ ਸਾਡੇ ਰਿਨਿਊਅਲਸ ਆਉਂਦੇ ਆ, ਜੇ ਪ੍ਰੀਮੀਅਮ ਵੱਧ ਕੇ ਆਉਂਦਾ ਹੈ, 100% ਆਫ ਦੀ ਪਾਲਿਸੀਜ਼ ਵੀ ਰੀਮਾਰਕੀਟ,
ਠੀਕ ਹੈ। ਉਹਨਾਂ ਨੂੰ ਇਸ ਤੋਂ ਪਹਿਲਾਂ ਕਿ ਕਲਾਇੰਟ ਕੋਲ ਜਾਵੇ ਅਸੀਂ ਰੀਮਾਰਕੀਟ ਕਰਕੇ ਦੇਖਦੇ ਹਾਂ ਕਿ ਸਾਡੇ ਹੋਰ ਜਿਹੜੇ ਮਾਰਕੀਟ ਬਕਟ ਹੈਗੀ ਹੈ ਸਾਡੇ ਕੋਲ ਕਿਤੋਂ ਸਾਨੂੰ ਬੈਟਰ ਪ੍ਰੀਮੀਅਮ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਠੀਕ ਹੈ। ਸੋ ਇਹ ਸਾਡੀ ਸਟੈਂਡਰਡ ਪ੍ਰੈਕਟਿਸ ਹੈ। ਮੇਰੇ ਖਿਆਲ ਬਾਕੀ ਬ੍ਰੋਕਰਸ ਵੀ ਕੁਝ ਕਰਦੇ ਆ, ਕੁਝ ਨਹੀਂ ਕਰਦੇ, ਆਮ ਨਾਟ ਸ਼ੋਰ, ਬਟ ਮੇਕ ਸ਼ੋਰ ਕਿ ਜਦੋਂ ਤੁਹਾਡਾ ਰਿਨਿਊਲ ਵਾਸਤੇ ਆ ਰਿਹਾ ਆਸਕ ਅਰਾਊਂਡ, ਯੂ ਮਾਈਟ ਫਾਈਂਡ ਅ ਬੈਟਰ ਰੇਟ। ਬਿਲਕੁਲ ਜੀ, ਸ਼ਾਪ ਅਰਾਊਂਡ ਤਾਂ ਹਮੇਸ਼ਾ ਕਰਨਾ ਹੀ ਚਾਹੀਦਾ। ਤੇ ਫਿਰ ਹੁਣ ਆਪਾਂ ਹੋਮ ਇੰਸ਼ੋਰੈਂਸ ਦੀ ਗੱਲ ਕਰੀਏ, ਨਾਰਥ ਈਸਟ ਦੇ ਵਿੱਚ ਜਿੱਦਾਂ ਤੁਸੀਂ ਗੱਡੀਆਂ ਦੀ ਗੱਲ ਕੀਤੀ ਆ, ਹੇਲ ਪੈਂਦੀ ਆ ਇੱਥੇ, ਤੇ ਫਿਰ ਉਹ ਗੱਡੀਆਂ ਦੇ ਨਾਲ ਨਾਲ ਘਰਾਂ ਦੇ ਵੀ ਪੈਂਦੀ ਆ, ਉਹ ਵੀ ਇਹ ਵੀ ਬਹੁਤ ਮਹਿੰਗੀ ਹੋ ਗਈ ਹੈ ਜੀ। ਘਰਾਂ ਦੀ ਇੰਸ਼ੋਰੈਂਸ ਵੀ ਪਿਛਲੇ ਸਮੇਂ ਦੇ ਵਿੱਚ ਜੇ ਆਪਾਂ 10 ਸਾਲਾਂ 'ਚ ਪਿੱਛੇ ਦੇਖੀਏ ਤਾਂ ਘੱਟੋ ਘੱਟ 1.5 ਗੁਣਾ ਤੋਂ ਜ਼ਿਆਦਾ ਵੱਧ ਚੁੱਕੀ ਹੈ ਇੰਸ਼ੋਰੈਂਸ। ਜਿਹੜੀ ਪਹਿਲਾਂ ਘਰ 2000 'ਚ ਹੁੰਦਾ ਸੀ ਉਹ 3 'ਚ ਹੋਣ ਲੱਗ ਪਿਆ। ਅੱਜ ਤੋਂ 10 ਸਾਲ ਪਹਿਲਾਂ 1000-1200 'ਚ ਮਿਲ ਜਾਂਦੀ ਸੀ, ਹੁਣ 2000 ਦੇ ਆਸ-ਪਾਸ ਤੋਂ ਘੱਟ ਕੋਈ ਵੀ ਨਹੀਂ ਮਿਲਦੀ ਇੰਸ਼ੋਰੈਂਸ ਘਰਾਂ ਦੀ, ਕਿਉਂਕਿ ਉਹਦੇ ਵਿੱਚ ਕਲੇਮ ਹਿਸਟਰੀ ਬੜੀ ਮੈਟਰ ਕਰਦੀ ਹੈ। ਹੁਣ ਆਪਣੇ ਨਾਰਥ ਈਸਟ ਵਿੱਚ ਸਪੈਸ਼ਲੀ ਦੇਖੀਏ 2 ਵਾਰੀ ਤਾਂ ਗੜੇ ਪੈ ਗਏ ਆ, ਠੀਕ ਹੈ। ਫਿਰ ਕਈ ਥਾਂ ਤੇ ਫਲੱਡਿੰਗ ਜ਼ੋਨਸ ਹੁੰਦੀਆਂ, ਹੋਰ ਚੀਜ਼ਾਂ ਹੁੰਦੀਆਂ, ਉਹਦੇ ਕਰਕੇ ਫਰਕ ਪੈਂਦਾ। ਬਾਕੀ ਜਿਹਨੂੰ ਰੀਸੈਂਟਲੀ ਬਹੁਤ ਵਧੀਆ ਇੰਸ਼ੋਰੈਂਸਿਸ, ਕਿਉਂਕਿ ਆਪਣੇ ਜਿਹੜਾ ਹੈਗਾ ਇਨਫਲੇਸ਼ਨ ਬਹੁਤ ਵੱਡਾ ਫੈਕਟਰ ਹੈ। ਜੇ ਘਰ ਦੇ ਤੁਹਾਡੀ ਜਿਹੜੀ ਰੀਬਿਲਡਿੰਗ ਕਾਸਟ ਹੈ ਉਹ ਬਹੁਤ ਵੱਧ ਗਈ ਹੈ, ਠੀਕ ਹੈ। ਸੋ ਉਹ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਰਿਫਲੈਕਟ ਕਰਦੀ ਹੈ, ਠੀਕ ਹੈ। ਫਿਰ ਬਾਕੀ ਡਿਪੈਂਡ ਕਰਦਾ ਕਿ ਤੁਹਾਡੇ ਜਿਹੜੇ ਕਿ ਕੰਸਟਰਕਸ਼ਨ ਮਟੀਰੀਅਲ ਕੀ ਹੈ। ਜੇ ਤੁਹਾਡੇ ਸਟੱਕੋ ਲੱਗੀ ਹੈ ਬਾਹਰ, ਉਹ ਡਿਫਰੈਂਟ ਪ੍ਰੀਮੀਅਮ ਹੈ, ਕਿਉਂਕਿ ਉਹ ਰੈਜ਼ਿਲੀਐਂਟ ਮਟੀਰੀਅਲ ਹੈਗਾ, ਛੇਤੀ ਡੈਮੇਜ ਨਹੀਂ ਹੋਊਗਾ, ਠੀਕ ਹੈ। ਤੇ ਬਸ਼ਰਤੇ ਕਿ ਜੇ ਦੂਜਾ ਆਪਣਾ ਹੈਗਾ ਤੁਹਾਡੀ ਵਾਈਨਲ ਹੁੰਦੀ ਹੈ, ਉਹ ਮਾੜੀ ਜਿਹੀ ਨਾਲ ਵਿੰਡ ਨਾਲ ਵੀ ਤੇ ਚੀਜ਼ਾਂ ਨਾਲ ਸਾਈਡਿੰਗ ਜੁੜ ਜਾਂਦੀ ਹੈ, ਵਰਗੀ ਹੈ। ਬਿਲਕੁਲ ਜੀ। ਬਾਕੀ ਇੱਕ ਕਈ ਲੋਕਾਂ ਦੇ ਹੈਗੇ ਜੋ ਘਰ ਪੇਡ ਆਫ ਹੈਗੇ ਆ, ਹੋਰ ਚੀਜ਼ਾਂ ਹੁੰਦੀਆਂ, ਉਹ ਕਈ ਵਾਰੀ ਇੰਸ਼ੋਰੈਂਸ ਨਹੀਂ ਲੈਂਦੇ ਗੇ, ਠੀਕ ਹੈ। ਉਹ ਕਹਿੰਦੇ ਵੀ ਸਾਨੂੰ ਜ਼ਰੂਰਤ ਨਹੀਂ, ਕਿਉਂਕਿ ਨਾਰਮਲੀ ਤਾਂ ਉਹਨਾਂ ਬਾਏ ਲਾਅ ਉਹ ਰਿਕੁਆਇਰਡ ਨਹੀਂ ਗੇ, ਬਟ ਦੇ ਸ਼ੁੱਡ ਹੈਵ ਇਟ, ਕਿਉਂਕਿ ਉਹਨਾਂ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਹੈ। ਪਲੱਸ ਕੀ ਹੈ, ਜਿਹੜੇ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਤੁਹਾਨੂੰ ਕਈ ਪਾਸੋਂ ਕਵਰ ਕਰਦੀਆਂ, ਸੋ ਯੂ ਸ਼ੁੱਡ ਹੈਵ ਦੈਟ। ਸੋ ਜੇ ਗੈਪ ਇਨ ਇੰਸ਼ੋਰੈਂਸ ਹੋ ਜਾਂਦਾ ਹੈ, ਤੁਸੀਂ ਬਾਅਦ 'ਚ ਇੰਸ਼ੋਰੈਂਸ ਲੈਂਦੇ ਆ ਤਾਂ ਤੁਹਾਡਾ ਐਕਸਪੀਰੀਅੰਸ ਨਿਲ ਹੋ ਕੇ ਤੁਹਾਨੂੰ ਫਿਰ ਮਹਿੰਗੀ ਮਿਲਦੀ ਹੈ ਇੰਸ਼ੋਰੈਂਸ। ਓਕੇ, ਉਹ ਫਿਰ ਨਵੇਂ ਸਿਰੇ ਤੋਂ ਸ਼ੁਰੂ। ਜਿਵੇਂ ਡਰਾਈਵਿੰਗ ਰੈਕਡ ਦਾ ਹੁੰਦਾ ਨਾ, ਉਹਦੀ ਥੋੜੀ ਹੋਮ ਇੰਸ਼ੋਰੈਂਸ ਦਾ ਐਕਸਪੀਰੀਅੰਸ ਹੈ, ਉਹ ਵੀ ਕਾਊਂਟ ਕਰਦਾ ਵੀ ਕਿੰਨੇ ਸਾਲ ਤੋਂ ਤੁਸੀਂ ਓਨਰ, ਕਿੰਨੇ ਸਾਲ ਦਾ ਐਕਸਪੀਰੀਅੰਸ। ਮੈਂ ਅਸਲ ਦੇ ਵਿੱਚ ਇਹ ਤੁਹਾਡੀ ਬੜੀ ਵਧੀਆ ਐਡਵਾਈਸ ਹੈ। ਮੈਂ ਇਹੀ ਪੁੱਛਣਾ ਚਾਹੁੰਦਾ ਸੀ ਵੀ ਇਧਰਲੇ ਪਾਸੇ ਨੂੰ ਵੀ ਕੀ ਐਡਵਾਈਸ ਹੋਮ ਓਨਰਸ ਨੂੰ ਕਰੋਗੇ ਤੁਸੀਂ, ਕੀ ਸਿਫਾਰਸ਼ਾਂ ਹੋਮ ਇੰਸ਼ੋਰੈਂਸ ਲੈਣ ਵਾਸਤੇ? ਇੱਕ ਤਾਂ ਭਾਜੀ ਮੇਕ ਸ਼ੋਰ ਐਂਡ ਆਲਵੇਜ਼ ਯੂ ਸ਼ੁੱਡ ਹੈਵ ਅ ਕਵਰੇਜ, ਠੀਕ ਹੈ। ਦੂਜਾ ਚੈੱਕ ਕਰੋ ਵੀ ਤੁਹਾਡੇ ਘਰ ਦੀ ਰਿਪਲੇਸਮੈਂਟ ਲਿਮਿਟ ਕਿੰਨੀ ਹੈ, ਠੀਕ ਹੈ। ਹੁਣ ਜਿਹੜਾ ਘਰ ਪਹਿਲਾਂ 5 ਲੱਖ ਦਾ ਸੀਗਾ ਸਾਲ ਪਹਿਲਾਂ, ਸ਼ਾਇਦ ਉਹ 7 'ਚ ਹੋਵੇ, ਠੀਕ ਹੈ, ਜਾਂ 8 'ਚ ਹੋਵੇ, ਠੀਕ ਹੈ, 8 ਲੱਖ ਦਾ ਹੋਵੇ। ਸੋ ਉਹ ਮੇਕ ਸ਼ੋਰ ਕਰੋ ਕੋਈ ਐਡਿਕੁਏਟ ਕਵਰੇਜਿਸ। ਇਹਦੇ ਨਾਲ ਫਰਕ ਕੀ ਪੈਂਦਾ ਜੀ? ਜੇ ਸਰ ਜੀ ਕੱਲ ਨੂੰ ਜੇ ਅੱਗ ਲੱਗੀ, ਤੁਹਾਡਾ ਘਰ ਸੜ ਗਿਆ, ਠੀਕ ਹੈ, ਤਾਂ ਰਿਪਲੇਸਮੈਂਟ ਕਿਵੇਂ ਹੋਊਗੀ ਉਹਦੀ, ਠੀਕ ਹੈ। ਸੋ ਦੂਸਰਾ, ਘਰ ਦੇ ਉੱਪਰ ਜਿਹੜੀ ਲਾਇਬਿਲਿਟੀ ਹੁੰਦੀ ਹੈ, ਠੀਕ ਹੈ, ਲਿਮਿਟ ਹੁੰਦੀ ਹੈ, ਮੇਕ ਸ਼ੋਰ ਦੈਟਸ 2 ਮਿਲੀਅਨ, ਕਿਉਂਕਿ ਉਹ ਤੁਹਾਨੂੰ ਵਰਲਡ ਵਾਈਡ ਤੁਹਾਡੀ ਪਰਸਨਲ ਲਾਇਬਿਲਿਟੀ ਹੈਗੀ ਹੈ। ਜੇ ਤੁਹਾਡੇ ਘਰ ਨੂੰ ਅੱਗ ਲੱਗ ਗਈ, ਤੁਸੀਂ 2 ਗੁਆਂਢੀਆਂ ਦੇ ਘਰ ਸਾੜਤੇ, ਠੀਕ ਹੈ, ਹੋਰ ਕੁਝ ਹੋ ਗਿਆ ਤੁਹਾਡੇ ਕਾਰਨ ਕਰਕੇ, ਠੀਕ ਹੈ। ਸੋ ਜੇ ਉਹ ਡੈਮੇਜਸ ਵੱਧ ਵੀ ਹੋ ਸਕਦੇ ਆ। ਅੱਜ ਕੱਲ੍ਹ ਮਿਲੀਅਨ ਦੇ 8-8 ਲੱਖ ਦੇ ਆਮ ਘਰ ਹੈਗੇ, ਸੋ 2 ਮਿਲੀਅਨ ਤੋਂ ਘੱਟ ਕਵਰੇਜ ਜੇ ਹੈਗੀ ਹੈ ਤਾਂ ਚੈੱਕ ਕਰੋ, ਤੁਹਾਡੇ ਕੋਲ ਘੱਟੋ ਘੱਟ 2 ਮਿਲੀਅਨ ਦੀ ਕਵਰੇਜ ਚਾਹੀਦੀ ਆ। ਬਾਕੀ ਕੀ ਹੁੰਦਾ, ਆਲਵੇਜ਼ ਬੰਡਲ ਜਿਹੜਾ ਹੈਗਾ ਤੁਹਾਡੀਆਂ ਹੋਮ ਇੰਸ਼ੋਰੈਂਸ ਤੇ ਆਟੋ ਇੰਸ਼ੋਰੈਂਸ ਹੈ, ਠੀਕ ਹੈ। ਜੇ ਤੁਹਾਡਾ ਨਹੀਂ ਹੈਗਾ ਇਕੱਠਾ ਤਾਂ ਆਟੋ ਐਂਡ ਤੁਹਾਡੀ ਟੈਨੈਂਟ ਇੰਸ਼ੋਰੈਂਸ ਹੋ ਗਈ ਜਾਂ ਕੌਂਡੋ ਇੰਸ਼ੋਰੈਂਸ ਹੋ ਗਈ, ਠੀਕ ਹੈ। ਉਹਦੇ ਨਾਲ ਤੁਹਾਨੂੰ ਸੇਵਿੰਗਸ ਹੋ ਜਾਂਦੀਆਂ, ਠੀਕ ਹੈ। ਨਾਲੇ ਇੱਕ ਇੰਸ਼ੋਰੈਂਸ ਹੁੰਦਾ ਤੁਹਾਡੀ ਉਹ ਤੁਹਾਨੂੰ ਹੈਲਪ ਕਰਦਾ। ਮੈਂ ਇਹੀ ਕਹਿਣਾ ਚਾਹੁੰਦਾ ਸੀ, ਪੁੱਛਣਾ ਸੀ ਵੀ ਇਹਦਾ ਮਤਲਬ ਇਹ ਹੋਇਆ ਵੀ ਇੱਕ ਹੀ ਇੰਸ਼ੋਰੈਂਸ ਕੰਪਨੀ ਕੋਲੋਂ ਲੈ ਲਓ ਸਾਰੀਆਂ, ਥੋੜਾ ਵਧੀਆ ਰਹਿੰਦਾ ਜੀ, ਤੁਹਾਨੂੰ ਡਿਸਕਾਊਂਟਸ ਵੀ ਮਿਲ ਜਾਂਦੇ ਆ, ਪਲੱਸ ਤੁਸੀਂ ਡੀਲ ਵੀ ਇੱਕ ਪਾਸੇ ਕਰਨਾ ਹੁੰਦਾ ਹੈ। ਨਾਲੇ ਜਦੋਂ ਤੁਸੀਂ ਗੱਲ ਕਰੋ, ਟਾਕ ਟੂ ਐਕਸਪੀਰੀਅੰਸਡ ਇੰਸ਼ੋਰੈਂਸ ਬ੍ਰੋਕਰਸ, ਠੀਕ ਹੈ। ਐਕਸਪੀਰੀਅੰਸਡ, ਮੈਂ ਨਹੀਂ ਕਹਿੰਦਾ ਵੀ ਮੇਰੇ ਨਾਲ ਹੀ ਗੱਲ ਕਰੋ, ਦੇयर ਆਰ ਲੋਟ ਆਫ ਅਦਰ ਇੰਸ਼ੋਰੈਂਸ ਬ੍ਰੋਕਰਸ ਵਿਚ ਆਰ ਵੈਰੀ ਐਕਸਪੀਰੀਅੰਸਡ, ਲੰਬਾ ਤਜਰਬਾ ਹੈਗਾ ਉਹਨਾਂ ਕੋਲੇ। ਕਿਉਂਕਿ ਜਿਸ ਤਰ੍ਹਾਂ ਕਾਰ ਦਾ ਡਰਾਈਵਰ ਹੁੰਦਾ ਨਾ, ਲਾਇਸੈਂਸ ਲੈਣਾ ਇੱਕ ਚੀਜ਼ ਹੈ, ਹੁਣ ਇੱਕ ਬੰਦਾ ਜਿਹੜਾ ਕਾਰ ਵੀ ਹੌਲੀ ਹੌਲੀ ਡਰ ਕੇ ਚਲਾਉਂਦਾ, ਇੱਕ ਬੰਦਾ 2 ਟ੍ਰੇਲਰ ਪਾ ਕੇ ਵੀ ਪਿੱਛੇ ਲੈ ਜਾਂਦਾ, ਠੀਕ ਹੈ, ਉਹ ਐਕਸਪੀਰੀਅੰਸ ਹੁੰਦਾ। ਉਸੇ ਤਰ੍ਹਾਂ ਹੀ ਇੰਸ਼ੋਰੈਂਸ ਇੰਡਸਟਰੀ ਦੇ ਵੀ ਡਿਫਰੈਂਟ ਐਕਸਪੀਰੀਅੰਸਡ ਬੰਦੇ ਹੈਗੇ, ਕੁਝ ਕਮਰਸ਼ੀਅਲ 'ਚ ਐਕਸਪੀਰੀਅੰਸਡ ਹੈ, ਕੁਝ ਹੋਮ ਐਂਡ ਆਟੋ 'ਚ ਹੈਗੇ ਆ। ਜਿਵੇਂ ਸਾਡਾ ਆਫਿਸ, ਅਸੀਂ ਸਾਰਾ ਕੁਝ ਕਰਦੇ ਹਾਂ, ਇੰਡਸਟਰੀ ਫॉर ਓਵਰ 12 ਇਅਰਸ। ਬਟ ਉਸ ਤਰ੍ਹਾਂ ਹੀ ਜਿਹੜਾ ਇੰਸ਼ੋਰੈਂਸ ਬ੍ਰੋਕਰ, ਉਹਨੂੰ ਜਾਣੋ ਤੇ ਉਹਦੀ ਸਲਾਹ ਲਓ ਜੇ ਉਹ ਰਿਕਮੈਂਡ ਕਰਦੇ ਆ। ਹੁਣ ਇਹੀ ਤੁਸੀਂ ਐਡਵਾਈਸ, ਮੈਂ ਫਿਰ ਅਗਲੇ ਪਾਸੇ ਜਾਣਾ ਸੀਗਾ ਕਿ ਲੋਕ ਇੰਸ਼ੋਰੈਂਸ ਦੇ ਉੱਤੇ ਜਿਹੜਾ ਖਰਚਾ ਹੁੰਦਾ ਆ ਉਹਦੇ 'ਚ ਬਚਤ ਕਿੱਦਾਂ ਕਰ ਸਕਦੇ? ਇੱਕ ਤਾਂ ਤੁਸੀਂ ਦੱਸ ਹੀ ਦਿੱਤਾ ਵੀ ਇੱਕ ਜੇਕਰ ਹੋਵੇ ਇੰਸ਼ੋਰੈਂਸ ਕੰਪਨੀ ਦੇ ਬੈਟਰ ਰਹਿੰਦਾ, ਹੋਰ ਇਹਦੇ 'ਚ ਕੀ ਸੁਝਾਅ ਦਿਓਗੇ? ਹੋਰ ਭਾਜੀ, ਬੀ ਵੈਰੀ ਕੇਅਰਫੁਲ ਵੈਨ ਯੂ ਬਾਏ ਇੰਸ਼ੋਰੈਂਸ, ਠੀਕ ਹੈ ਨਾ, ਤੇ ਅੰਡਰਸਟੈਂਡ ਵੀ ਤੁਹਾਡੇ ਕੋਲ ਕਵਰੇਜਸ ਕੀ ਹੈ। ਸੋ ਜਿਵੇਂ ਆਪਣੇ ਹਸਪੀਟਲ 'ਚ ਗਾਊਨ ਹੁੰਦਾ ਨਾ, ਹਾਂਜੀ, ਸੋ ਜਿਹੜੇ ਬੰਦੇ ਨੇ ਪਾਇਆ ਹੁੰਦਾ ਉਹਨੂੰ ਲੱਗਦਾ ਕਿ ਉਹ ਕਵਰਡ ਹੈ,
ਤੇ ਬਾਕੀ ਆਸੇ ਪਾਸੇ ਬੈਠੇ ਹੁੰਦੇ ਉਹਨੂੰ ਪਤਾ ਹੁੰਦਾ ਵੀ ਉਹ ਨਹੀਂ ਕਵਰਡ। ਠੀਕ ਹੈ, ਇਹ ਹਸਪੀਟਲ ਗਾਊਨ ਵਰਗੀ ਹੁੰਦੀ ਹੈ, ਚ ਹੋਲਸ ਬਹੁਤ ਹੁੰਦੀਆਂ, ਬਹੁਤ ਚੀਜ਼ਾਂ ਹੁੰਦੀਆਂ, ਤੇ ਆਪਾਂ ਹਰ ਚੀਜ਼ ਦੇ ਐਕਸਪਰਟ ਨਹੀਂ ਹੋ ਸਕਦੇ। ਸੋ ਟਾਕ ਟੂ ਯੂਰ ਇੰਸ਼ੋਰੈਂਸ ਬ੍ਰੋਕਰ ਜੇ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਸ਼ੱਕ ਹੈ ਵੀ ਕੀ ਕਵਰੇਜਸ ਹੈਗੀਆਂ ਕੀ ਨਹੀਂ ਹੈਗੀਆਂ, ਤੇ ਮੇਕ ਸ਼ੋਰ ਕਿ ਉਹ ਜਿਹੜਾ ਇੰਸ਼ੋਰੈਂਸ ਬ੍ਰੋਕਰ ਹੈ ਉਹ ਕੈਪੇਬਲ ਹੈ ਤੇ ਰਾਈਟ ਕਾਈਂਡ ਆਫ ਇੰਡਸਟਰੀ ਦੇ ਵਿੱਚ ਹੈਗਾ, ਉਸ ਤਰ੍ਹਾਂ ਦਾ ਬਿਜ਼ਨਸ ਲਿਖਦੇ ਆ। ਸੋ ਇਹ ਚੀਜ਼ਾਂ ਤੁਹਾਡੇ ਵਾਸਤੇ ਜਾਣਨੀਆਂ ਬਹੁਤ ਜ਼ਰੂਰੀ ਹੈ। ਤੁਸੀਂ ਇੱਕ ਗੱਲ ਕਾਰ ਇੰਸ਼ੋਰੈਂਸ ਦੀ ਕੀਤੀ ਸੀ ਨਾ, ਭਈ ਡਿਨਾਈ ਵੀ ਕਰ ਸਕਦੀ ਹੈ ਇੰਸ਼ੋਰੈਂਸ ਕੰਪਨੀ, ਉਹਦੇ ਬਾਰੇ ਇੱਕ ਮੈਸੇਜ ਹੈ ਵੀ ਕਿਹੜਾ ਕੇਸ ਕਿਸ ਸਿਨੈਰੀਓ 'ਚ ਇੰਸ਼ੋਰੈਂਸ ਡਿਨਾਈ ਕਰ ਸਕਦੀ ਹੈ ਤੁਹਾਨੂੰ? ਸਰ ਜੀ, ਜੇ ਤੁਹਾਡੇ ਘਰ ਦੇ ਵਿੱਚ ਮੰਨ ਲਓ ਬੇਟਾ ਹੈਗਾ, ਉਹਦੇ ਪਹਿਲਾਂ ਐਕਸੀਡੈਂਟਸ ਹੋਏ ਹੈਗੇ ਆ, ਠੀਕ ਹੈ, ਤੁਸੀਂ ਕਹਿੰਦੇ ਆ ਵੀ ਇਹ ਤਾਂ ਪ੍ਰੀਮੀਅਮ ਬਹੁਤ ਹੈਗਾ, ਇਹਨੂੰ ਆਪਾਂ ਇੰਸ਼ੋਰੈਂਸ 'ਚ ਪਾਉਂਦੇ ਹੀ ਨਹੀਂ ਗਏ, ਠੀਕ ਹੈ, ਤੇ ਤੁਸੀਂ ਕਾਰ ਇੰਸ਼ੋਰੈਂਸ ਲੈ ਲੈਂਦੇ ਹੋ ਮਮ ਡੈਡ, ਠੀਕ ਹੈ, ਆਪਦੇ, ਕੱਲ੍ਹ ਨੂੰ ਤੁਹਾਡਾ ਬੇਟਾ ਫਿਰ ਚਲਾਉਂਦਾ ਹੈਗਾ ਤੇ ਐਕਸੀਡੈਂਟ ਕਰ ਦਿੰਦਾ, ਠੀਕ ਹੈ, ਇੰਸ਼ੋਰੈਂਸ ਕੰਪਨੀ ਕੋਲੇ ਰਾਈਟ ਹੈਗਾ ਕਿ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਝੂਠ ਬੋਲਿਆ ਤੇ ਉਹਨੂੰ ਕਵਰ ਨਹੀਂ ਕੀਤਾ ਸੀਗਾ, ਠੀਕ ਹੈ। ਮੰਨ ਲਓ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਉਣੇ ਆ, ਤੁਹਾਡੇ ਤੋਂ ਐਕਸੀਡੈਂਟ ਹੋ ਜਾਂਦਾ ਹੈ, ਠੀਕ ਹੈ, ਤੁਸੀਂ ਅੰਡਰ ਦੀ ਇਨਫਲੂਐਂਸ ਆਫ ਸਬਸਟੈਂਸ ਹੈ, ਤੁਹਾਡਾ ਇੰਸ਼ੋਰੈਂਸ ਕਲੇਮ ਡਿਨਾਈ ਹੋ ਸਕਦਾ ਹੈ। ਓਕੇ। ਨਾਲ ਹੋਰ ਵੀ ਇੱਕ ਮੈਸੇਜ ਆਇਆ, ਉਹ ਕਹਿੰਦੇ ਨੇ ਕਿ ਮੇਰੀ ਇੰਸ਼ੋਰੈਂਸ ਵੱਧ ਗਈ, ਕਿਉਂ? ਕਹਿੰਦੇ ਕਿ ਮੈਂ ਪਹਿਲਾਂ ਇੰਸ਼ੋਰੈਂਸ ਨੂੰ ਪਾਰਕਿੰਗ ਤੇ ਪਾਇਆ, ਫਿਰ ਦੁਬਾਰਾ ਕਹਿੰਦੇ ਮੈਂ ਵਾਪਸ ਲੈ ਲਈ, ਪਰ ਉਸ ਵੇਲੇ ਉਹਦਾ ਵੱਧ ਗਿਆ, ਕਹਿੰਦੇ ਇਹ ਕਿਉਂ ਹੋਇਆ? ਇਹ ਇਸ ਕਰਕੇ ਹੁੰਦਾ ਜੀ ਕਿਉਂਕਿ ਜਿਹੜੇ ਰੇਟਸ ਹੈਗੇ ਇਹ ਟਾਈਮ ਟੂ ਟਾਈਮ ਰਿਵਾਈਜ਼ ਹੁੰਦੇ ਰਹਿੰਦੇ ਹੈਗੇ, ਠੀਕ ਹੈ। ਹੋ ਸਕਦਾ ਉਹਨਾਂ ਨੇ ਜਦੋਂ ਪਹਿਲਾਂ ਪਾਇਆ ਹੋਵੇ ਉਦੋਂ DCPD ਨਾ ਹੋਵੇ, ਜਦੋਂ ਉਹਨਾਂ ਨੇ ਦੁਬਾਰਾ ਕਵਰੇਜ ਐਡ ਕੀਤੀ ਉਹ 'ਚ DCPD ਹੋ ਗਿਆ ਹੋਵੇ, ਕਲੌਜ਼ ਕੋਈ ਨਵਾਂ ਹੋ ਸਕਦਾ, ਉਹ ਮੂਵ ਹੋਏ ਹੋਣ ਇੱਕ ਪੋਸਟਲ ਕੋਡ ਤੋਂ ਦੂਸਰੇ ਪੋਸਟਲ ਕੋਡ ਦੇ ਵਿੱਚ, ਠੀਕ ਹੈ। ਸੋ ਇਸ ਤਰ੍ਹਾਂ ਦੇ ਕਈ, ਕਿਉਂਕਿ ਹੋ ਸਕਦਾ ਇੰਸ਼ੋਰੈਂਸ ਦਾ ਨਵਾਂ ਮੈਨੂਅਲ ਆ ਗਿਆ ਹੋਵੇ ਉਦੋਂ ਨੂੰ, ਉਹਨਾਂ ਦੇ ਆਪਣੇ ਰੇਟਸ ਅਪਡੇਟ ਕਰਤੇ ਹੋਣ ਉਸ ਪਰਟੀਕੂਲਰ ਮਾਡਲ ਦੇ, ਕਿਉਂਕਿ ਇਹ ਮਾਡਲ ਵਾਈਜ਼ ਐਕਸਪੀਰੀਅੰਸ ਵਾਈਜ਼ ਬਹੁਤ ਇਹਦੇ 'ਚ ਚੀਜ਼ਾਂ ਜਿਹੜੀਆਂ ਉਹ ਕੰਸੀਡਰ ਕਰਦੇ ਆ। ਇੱਕ ਹੋਰ ਸੀਗਾ ਜੀ ਕਿ ਸਰਵਿਸ ਲਾਈਨ ਕਵਰੇਜ ਦਾ ਮੀਨਿੰਗ ਕੀ ਆ, ਤੇ ਆਇਡੈਂਟੀਟੀ ਥੈਫਟ ਕਵਰੇਜ, ਇਹ ਦੋ ਚੀਜ਼ਾਂ ਦਾ ਉਹਨਾਂ ਨੇ। ਸਰਵਿਸ ਲਾਈਨ ਹੁੰਦੀ ਹੈ ਜੀ ਜਿਹੜੀ ਆਪਣੇ ਘਰ ਦੇ ਵਿੱਚ ਸਰਵਿਸਿਜ਼ ਆਉਂਦੀਆਂ, ਵਾਟਰ ਸੀਵਰ ਤੇ ਇਲੈਕਟ੍ਰਿਸਿਟੀ ਵਗੈਰਾ ਜਿਹੜੀਆਂ ਇਹ ਸਰਵਿਸਿਜ਼ ਆਉਂਦੀਆਂ ਹੈਗੀਆਂ, ਠੀਕ ਹੈ। ਸੋ ਨਾਰਮਲੀ ਕੀ ਹੁੰਦਾ ਹੈ ਵੀ ਜਿਹੜੇ ਘਰ ਦੇ ਅੰਦਰ ਤੱਕ ਆਉਂਦੀਆਂ ਹੈਗੀਆਂ, ਜਿਹੜੇ ਵਰਬ ਪੁਆਇੰਟ ਤੋਂ ਬਾਅਦ, ਉਹ ਤੁਹਾਡੀ ਲਾਈਨ ਤੋਂ ਤੁਹਾਡੀ ਓਨਰਸ਼ਿਪ ਹੈ, ਉਹ ਸਿਟੀ ਦੀ ਨਹੀਂ ਹੈਗੀ, ਠੀਕ ਹੈ। ਸੋ ਜੇ ਕੱਲ ਨੂੰ ਉਹ 'ਚ ਹੁੰਦਾ ਕੋਈ ਬ੍ਰੇਕੇਜ ਹੁੰਦੀ ਹੈ, ਠੀਕ ਹੈ, ਉਹਦੇ ਵਾਸਤੇ ਪਾਈਪ ਬਸਟ ਹੋ ਗਈ ਥੱਲੇ, ਠੀਕ ਹੈ, ਉਹ ਸਰਵਿਸ ਲਾਈਨ ਕਵਰੇਜਸ ਹੋ ਗਈਆਂ, ਠੀਕ ਹੈ। ਦੂਸਰਾ ਕੁਐਸਚਨ ਕੀ ਸੀ? ਥੈਫਟ ਆਇਡੈਂਟੀਟੀ ਥੈਫਟ ਕਵਰੇਜ। ਆਇਡੈਂਟੀਟੀ ਥੈਫਟ ਹੁੰਦੀ ਹੈ ਜਿਵੇਂ ਤੁਹਾਡੇ ਕ੍ਰੈਡਿਟ ਕਾਰਡ ਦਾ ਫਰਾਡ ਹੋ ਗਿਆ, ਠੀਕ ਹੈ, ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ ਚੋਰੀ ਹੋ ਗਿਆ, ਠੀਕ ਹੈ, ਉਹ ਤੋਂ ਤੁਹਾਡੇ ਕ੍ਰੈਡਿਟ ਕਾਰਡ ਬਣਾ ਲਏ, ਕੁਝ ਹੋਰ ਚੀਜ਼ਾਂ ਕਰ ਲਈਆਂ, ਠੀਕ ਹੈ। ਇਹ ਆਇਡੈਂਟੀਟੀ ਥੈਫਟ ਹੈ ਜਿਹੜਾ ਬਹੁਤ ਕਾਮਨ ਹੋ ਗਿਆ, ਠੀਕ ਹੈ, ਤੁਹਾਡੇ ਨਾਂ ਤੇ ਜਾ ਕੇ ਲੋਨ ਅਪਲਾਈ ਕਰ ਲਿਆ, ਤੁਹਾਡੇ ਕ੍ਰੈਡਿਟ ਕਾਰਡ ਰੈਂਪ ਅਪ ਕਰਤੇ, ਠੀਕ ਹੈ। ਸੋ ਇਸ ਤਰ੍ਹਾਂ ਦੀਆਂ ਕਾਫੀ ਚੀਜ਼ਾਂ ਹੁੰਦੀਆਂ ਜਿਹੜੀਆਂ ਆਇਡੈਂਟੀਟੀ ਥੈਫਟ 'ਚ ਹੁੰਦੀਆਂ ਹੈਗੀਆਂ। ਬਾਕੀ ਤੁਹਾਡੀਆਂ ਜਿਵੇਂ ਘਰਾਂ ਦੇ ਵਿੱਚ ਸਕੈਜੂਲਡ ਆਈਟਮਸ ਹੈ, ਕਈ ਚੀਜ਼ਾਂ ਮਹਿੰਗੀਆਂ ਹੁੰਦੀਆਂ, ਆਪਣੀ ਜਿਊਲਰੀ ਆਈਟਮਸ ਹੁੰਦੀਆਂ, ਠੀਕ ਹੈ, ਉਹਨਾਂ ਨੂੰ ਇਹ ਮੰਨੋ ਨਾ ਵੀ ਤੁਹਾਡੀ ਕਵਰੇਜ ਹੈਗੀ, ਉਹ ਕਈ ਵਾਰੀ $5,000 ਤੱਕ ਹੀ ਕਵਰੇਜਸ ਉਹ ਕੈਪਡ ਹੁੰਦੀਆਂ। ਸੋ ਉਹ ਚੀਜ਼ਾਂ ਚੈੱਕ ਕਰਨੀਆਂ ਬਹੁਤ ਜ਼ਰੂਰੀ ਹੈ। ਸੋ ਜੇ ਮੰਨ ਲਓ ਤੁਹਾਡੇ ਘਰੇ 50,000 ਦੀ ਜਿਊਲਰੀ ਪਈ ਹੈ, ਜਾਂ ਤੁਸੀਂ ਹੋਰ ਚੀਜ਼ਾਂ ਆਰਟ ਇਫੈਕਟਸ ਪਏ ਆ, ਕੋਈ ਐਂਟੀਕਸ ਪਏ ਆ, ਠੀਕ ਹੈ, ਸੋ ਮੇਕ ਸ਼ੋਰ ਉਹ ਜਿਹੜੀਆਂ ਹੈਗੀਆਂ ਲਿਸਟਡ ਆਈਟਮਸ ਜਿਹੜੀਆਂ ਹੈਗੀਆਂ ਸਕੈਜੂਲਡ ਆਈਟਮਸ ਹੈਗੀਆਂ ਤੁਹਾਡੀਆਂ, ਉਹ ਕਵਰਡ ਹੋਣ। ਇੱਕ ਆਖਰੀ ਸਵਾਲ ਹੋਰ ਹੈ ਜੀ, ਉਹ ਕਹਿੰਦੇ ਜੇ ਊਬਰ ਦੇ ਕੋਲ ਆਪਣੀ ਇੰਸ਼ੋਰੈਂਸ ਕਵਰੇਜ ਹੈਗੀ ਹੈ, ਦੈਨ ਵਾਈ ਡੂ ਵੀ ਨੀਡ ਰਾਈਡ ਸ਼ੇਅਰ ਕਵਰੇਜ ਥਰੂ ਆਰ ਪਰਸਨਲ ਇੰਸ਼ੋਰੈਂਸ? ਕਿਉਂਕਿ ਉਹਦੇ ਵਿੱਚ ਕੀ ਹੁੰਦਾ ਨਾ, ਜਿਹੜੀ ਊਬਰ ਦੇ ਕੋਲ ਕਵਰੇਜ ਹੈਗੀ ਆ ਉਹ ਤੁਹਾਨੂੰ ਕਵਰ ਕਰਦੀ ਹੈ ਜਦੋਂ ਉਹ ਡਰਾਈਵ ਕਰਦੇ ਆ, ਠੀਕ ਹੈ, ਬਟ ਇੰਸ਼ੋਰੈਂਸ ਕੰਪਨੀ ਇਹ ਜਾਣਨਾ ਚਾਹੁੰਦੀ ਹੈ ਕਿ ਜੇ ਤੁਸੀਂ ਊਬਰ ਚਲਾਉਣੇ ਆ ਕਿ ਨਹੀਂ ਚਲਾਉਂਦੇਗੇ। ਜੇ ਤੁਸੀਂ ਚਲਾਉਣੇ ਹੈਗੇ ਆ ਤਾਂ ਉਹ ਡਿਫਰੈਂਟ ਤਰ੍ਹਾਂ ਦਾ ਐਕਸਪੋਜ਼ਰ ਹੈ, ਕੋਈ ਗੱਡੀ ਜ਼ਿਆਦਾ ਚੱਲਦੀ ਹੈ। ਹੁਣ ਨਾਰਮਲੀ ਤੁਸੀਂ ਹੈਗੇ ਆ ਘਰ ਤੋਂ ਕੰਮ ਤੇ ਗਏ, ਕੰਮ ਤੋਂ ਘਰੇ ਆਏ, 5 ਕਿਲੋਮੀਟਰ ਗਏ, 5 ਆਏ, ਜਾ ਕੇ ਸ਼ਨੁਕ ਮਾਲ ਜਾ ਵੜੇ, ਹਫ਼ਤੇ 'ਚ ਇੱਕ ਵਾਰੀ, ਜਾਂ ਦੂਸਰੀ ਮਾਲ ਜਾ ਵੜੇ, ਤੁਹਾਡਾ ਡਰਾਈਵਿੰਗ ਹੈਬਿਟਸ ਡਿਫਰੈਂਟ ਹੈ, ਕਿਲੋਮੀਟਰਸ ਘੱਟ ਹੈ। ਹੁਣ ਜੇ ਤੁਸੀਂ ਊਬਰ ਨਾਲ ਜਾਂ ਲਿਫਟ ਨਾਲ ਕਿਸੇ ਹੋਰ ਰਾਈਡ ਸ਼ੇਅਰ ਕੰਪਨੀ ਨਾਲ ਚਲਾਉਣੇ ਆ ਤਾਂ ਤੁਹਾਡਾ ਗੱਡੀ 8-8, 10-10, 12-12 ਘੰਟੇ ਸੜਕ ਦੇ ਉੱਤੇ ਹੈ, ਠੀਕ ਹੈ। ਸੋ ਜਦੋਂ ਮੀਟਰ ਨਹੀਂ ਆਨ ਹੈਗਾ, ਗੱਡੀ ਫਿਰ ਵੀ ਸੜਕ ਤੇ ਹੈ, ਠੀਕ ਹੈ। ਸੋ ਐਕਸੀਡੈਂਟ ਹੋ ਗਿਆ, ਕੁਝ ਵੀ ਹੋ ਗਿਆ ਤੁਹਾਡਾ, ਸੋ ਉਹ ਚੀਜ਼ਾਂ ਥੋੜਾ ਰਿਸਕ ਲੈਵਲ ਜ਼ਿਆਦਾ ਹੈਗਾ, ਇਸ ਕਰਕੇ ਉਹ ਲੈਣਾ ਪੈਂਦਾ। ਆਖਰੀ ਸਵਾਲ, ਕੋਈ ਕਾਰੋਬਾਰੀਆਂ ਵਾਸਤੇ ਸਲਾਹ ਤੇ ਕਲੋਜ਼ਿੰਗ 'ਚ ਕੀ ਕਹੋਗੇ? ਜੀ ਕਾਰੋਬਾਰੀਆਂ ਵਾਸਤੇ ਤਾਂ ਮੈਂ ਇਹੀ ਕਹੂੰਗਾ ਕਿ ਆਲਵੇਜ਼ ਮੇਕ ਸ਼ੋਰ ਕਿ ਤੁਹਾਡੇ ਕੋਲੇ ਐਡਿਕੁਏਟ ਇੰਸ਼ੋਰੈਂਸ ਹੈਗੀ ਆ। ਐਡਿਕੁਏਟ ਇੰਸ਼ੋਰੈਂਸ ਹੁੰਦੀ ਹੈ, ਮੰਨ ਲਓ ਤੁਹਾਡੇ ਕੋਲੇ ਦੁਕਾਨ ਦਾ ਸਮਾਨ ਹੈ, ਬਿਲਡਿੰਗ ਹੈਗੀ ਹੈ, ਸਾਰਾ ਕੁਝ ਹੈਗਾ, 1 ਮਿਲੀਅਨ ਦੀ ਹੈਗੀ ਆ, ਠੀਕ ਹੈ। ਹੁਣ ਤੁਸੀਂ ਬ੍ਰੋਕਰ ਨੂੰ ਉਹ ਮੇਰੇ ਤਾਂ 5 ਲੱਖ ਦੀ ਹੈ, ਠੀਕ ਹੈ, ਇਹਨੂੰ ਕਵਰ ਕਰ ਦਿਓ, ਠੀਕ ਹੈ। ਮੰਨ ਲਓ 5 ਲੱਖ ਦੀ ਤੁਹਾਡੇ ਕੋਲ ਇੰਸ਼ੋਰੈਂਸ ਕਵਰ ਹੈਗੀ ਆ, ਤੇ ਕੱਲ੍ਹ ਨੂੰ ਲਾਸ ਹੋ ਜਾਂਦਾ ਹੈ, ਤਾਂ ਤੁਹਾਡਾ ਜਿਹੜਾ ਕਲੇਮ ਉਹਦੇ ਵਿੱਚ ਕੋ ਇੰਸ਼ੋਰੈਂਸ ਫੈਕਟਰ ਹੋ ਜਾਂਦਾ ਕਿ ਤੁਹਾਡੀ ਕਲੇਮ ਘੱਟ ਸਕਦਾ ਹੈ ਉਸੇ ਮਾਦਾਤ ਦੇ ਵਿੱਚ, ਪਰਸੈਂਟੇਜ ਦੇ ਵਿੱਚ ਜਿੰਨੀ ਤੁਹਾਡੇ ਕੋਲ ਕਵਰੇਜ ਘੱਟ ਹੈ। ਮੈਂ ਇਹ ਹੁੰਦਾ ਦੇਖਿਆ, ਠੀਕ ਹੈ ਜੀ। ਸੋ ਕੋ ਇੰਸ਼ੋਰੈਂਸ ਇਜ਼ ਵੈਰੀ ਇੰਪੋਰਟੈਂਟ। ਮੇਕ ਸ਼ੋਰ ਕਿ ਜਿੰਨੀ ਤੁਹਾਡੇ ਕੋਲੇ ਹੈਗੀ ਹੈ ਰੀਜ਼ਨੇਬਲ ਇੰਸ਼ੋਰੈਂਸ ਹੋਵੇ। ਕਈ ਲੋਕਾਂ ਕੋਲੇ ਕੀ ਹੈਗਾ, ਮੰਨ ਲਓ $1,00,000 ਦਾ ਸਟਾਕ ਹੈ, ਕ੍ਰਿਸਮਸ ਨੇੜੇ ਜਾ ਕੇ ਉਹ 3 ਲੱਖ ਦਾ ਹੋ ਗਿਆ, ਪਰ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਨਹੀਂ ਦੱਸਿਆ, ਠੀਕ ਹੈ, ਅੱਗ ਲੱਗ ਗਈ, ਕੁਛ ਹੋ ਗਿਆ, ਸੋ ਦੇਰ ਕੈਨ ਬੀ ਪ੍ਰੋਬਲਮਸ।
ਠੀਕ ਹੈ। ਫਿਰ ਦੇਖੋ ਵੀ ਜਿਹੜੀਆਂ ਤੁਹਾਡੀ ਕਵਰੇजेस ਹੈਗੀਆਂ, ਜਿਹੜੀਆਂ ਤੁਹਾਡੀ ਐਕਟੀਵਿਟੀਜ਼ ਆ ਉਹ ਸਾਰੀਆਂ ਕਵਰਡ ਹੋਣ। ਮੰਨ ਲਓ ਤੁਸੀਂ ਕੰਟਰੈਕਟਰ ਹੋ, ਠੀਕ ਹੈ, ਤੁਸੀਂ ਵਾਸ਼ਰੂਮਸ ਬਣਾਉਣੇ ਹੋ, ਕੱਲ ਨੂੰ ਰੂਫਿੰਗ ਕਰਨ ਲੱਗ ਪਏ, ਠੀਕ ਹੈ, ਤਾਂ ਤੁਹਾਡਾ ਇੰਸ਼ੋਰੈਂਸ ਕੰਪਨੀ ਨੂੰ ਦੱਸਣਾ ਜ਼ਰੂਰੀ ਹੈ। ਕੱਲ ਨੂੰ ਤੁਸੀਂ ਪਲੰਬਿੰਗ ਕਰਨ ਲੱਗ ਪਏ, ਠੀਕ ਹੈ, ਹੋਰ ਚੀਜ਼ਾਂ ਹੋ ਗਈਆਂ, ਸੋ ਤੁਹਾਨੂੰ ਉਹ ਦੱਸਣਾ ਜ਼ਰੂਰੀ ਹੈਗਾ। ਬਾਕੀ ਐਨੀ ਚੇਂਜਸ, ਕੋਈ ਕੰਪਨੀ 'ਚ ਨਵੇਂ ਡਰਾਈਵਰ ਆਏ ਆ, ਤੁਹਾਡੇ ਵਹੀਕਲਸ ਦੇ ਨਵੇਂ ਬੰਦੇ ਆਏ ਆ, ਉਹ ਚੀਜ਼ਾਂ ਦੱਸਣੀਆਂ ਜ਼ਰੂਰੀ ਹੈ, ਠੀਕ ਹੈ। ਬਾਕੀ ਆਪਦੀ ਪਾਲਿਸੀ ਅੰਡਰਸਟੈਂਡ ਕਰੋ, ਉਹਨੂੰ ਪੜ੍ਹੋ। ਨਹੀਂ ਸਮਝ ਆਉਂਦੀ, ਵੀ ਡੋਂਟ ਐਕਸਪੈਕਟ ਕਿ ਤੁਸੀਂ ਐਕਸਪਰਟ ਹੋ, ਬਟ ਆਪਦੇ ਬ੍ਰੋਕਰ ਕੋਲੇ ਬੈਠੋ, ਉਹ ਤੋਂ ਜ਼ਰੂਰ ਸਮਝੋ ਵੀ ਬਾਈ ਇਹਦਾ ਕੀ ਮਤਲਬ ਹੈਗਾ। ਬਾਕੀ ਆਪਦੀ ਐਪਲੀਕੇਸ਼ਨ ਤੇ ਝੂਠ ਨਾ ਬੋਲੋ, ਸਭ ਤੋਂ ਵੱਡੀ ਗੱਲ। ਕਿਉਂਕਿ ਜਦੋਂ ਹੁਣ ਕਿਸੇ ਨੇ ਚੈੱਕ ਨਹੀਂ ਕਰਨਾ, ਇੰਸ਼ੋਰੈਂਸ ਕੰਪਨੀ ਨੂੰ ਵੀ ਪੈਸੇ ਚਾਹੀਦੇ ਆ ਜੀ, ਉਹਨਾਂ ਨੇ ਪੈਸੇ ਲੈ ਲੈਣੇ ਆ, ਤੁਸੀਂ ਪੈਸੇ ਦੇ ਦੇਣੇ, ਤੁਸੀਂ ਖੁਸ਼ ਹੋਣਾ ਵੀ ਭਾਈ ਮੇਰੇ ਤਾਂ ਇੰਸ਼ੋਰੈਂਸ ਬਹੁਤ ਸਸਤੀ ਹੋ ਗਈ, ਠੀਕ ਹੈ। ਬਟ ਦੇ ਕੈਨ ਆਲਵੇਜ਼ ਗੋ ਬੈਕ ਐਂਡ ਰੀਡ ਦੈਟ ਇਨਫੋਰਮੇਸ਼ਨ। ਜੇ ਤੁਸੀਂ ਕਿਹਾ ਵੀ ਮੇਰਾ ਰੈਵਨਿਊ $1 ਮਿਲੀਅਨ ਦਾ ਹੈਗਾ, ਠੀਕ ਹੈ, ਉਹਨਾਂ ਨੇ ਤੁਹਾਨੂੰ ਉਸ ਚੀਜ਼ ਤੇ ਰੇਟ ਕੀਤਾ, ਪਰ ਤੁਹਾਡਾ ਰੈਵਨਿਊ 3 ਮਿਲੀਅਨ ਦਾ ਹੈ, ਠੀਕ ਹੈ, ਬਟ ਤੁਸੀਂ ਕਹਿੰਦੇ ਮੇਰਾ ਉਹ ਪ੍ਰੋਫਿਟ ਮੇਰਾ 5 ਲੱਖ ਸੀਗਾ, ਮੈਨੂੰ 1 ਲੱਖ ਕਵਰ ਕੀਤਾ। ਸੋ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਹੁੰਦੀਆਂ ਜਿਹਦੇ ਵਿੱਚ ਤੁਹਾਨੂੰ ਹੁੰਦਾ। ਬਾਕੀ ਟਾਕ ਟੂ ਦੀ ਬ੍ਰੋਕਰਸ, ਦੇ ਆਰ ਐਕਸਪਰਟਸ, ਐਂਡ ਟਾਕ ਟੂ ਦੀ ਕਮਰਸ਼ੀਅਲ ਬ੍ਰੋਕਰਸ ਇਫ ਯੂ ਆਰ ਟਾਕਿੰਗ ਰਿਗਾਰਡਿੰਗ ਯੂਰ ਕਮਰਸ਼ੀਅਲ ਇੰਸ਼ੋਰੈਂਸਿਸ ਐਂਡ ਆਲ ਦੈਟ ਸਟਫ। ਬਾਕੀ ਅਸੀਂ ਹਰ ਤਰ੍ਹਾਂ ਦੀ ਕਵਰੇजेस ਕਰਦੇ ਹੈਗੇ ਆ। ਤੁਹਾਡੇ ਜਿਹੜੇ ਹੈਗੇ ਆ ਸਾਡੇ ਆਫਿਸ ਦੇ ਵਿੱਚ ਵੀ ਹੈਵ ਐਕਸਪਰਟਸ। ਸੋ ਜੇ ਤੁਹਾਡੇ ਕੰਟਰੈਕਚਰਸ ਇੰਸ਼ੋਰੈਂਸ ਹੈਗੇ ਆ, ਤੁਹਾਡੇ ਲਿਕਰ ਸਟੋਰਸ ਹੈਗੇ ਆ, ਮੈਡੀਕਲਸ ਹੈਗੇ ਆ, ਟਰੱਕਿੰਗ ਹੈਗੀ ਆ, ਠੀਕ ਹੈ, ਇਸ ਤਰ੍ਹਾਂ ਦੀਆਂ ਕੋਈ ਵੀ ਚੀਜ਼ਾਂ ਹੈਗੀਆਂ, ਵੀ ਡੂ ਲੋਟਸ ਆਫ ਕਾਈਂਡ ਆਫ। ਨੰਬਰ ਤੁਸੀਂ ਆਪਣਾ ਦੱਸ ਦਿਓ ਜੀ। ਸਾਡੇ ਆਫਿਸ ਦਾ ਨੰਬਰ ਹੈਗਾ ਜੀ 403 354 4444 403 354 4444। ਤੇ ਸਾਡਾ ਆਫਿਸ ਜੀ ਮੈਕਨਾਈਟ ਦੇ ਬਿਲਕੁਲ ਉੱਪਰ ਹੈ, ਮੈਕਨਾਈਟ ਤੇ 19 ਦੇ ਉੱਪਰ, ਜਿੱਥੇ ਆਪਣਾ ਮਿਊਜ਼ੀਅਮ ਹੈਗਾ 에ਅਰਪੋਰਟ ਵਾਲਾ, ਉਹਦੇ ਨਾਲ ਜਿਹੜਾ ਟਿਮ ਹਾਰਟਨ ਵਾਲਾ ਪਲਾਜ਼ਾ ਹੈਗਾ ਉਹਦੇ ਕਾਰਨਰ ਤੇ ਹੈਗਾ। ਯੂ ਕਾਂਟ ਮਿਸ ਇਟ, ਏਮ ਇੰਸ਼ੋਰੈਂਸ। ਠੀਕ ਹੈ ਬਰਾੜ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ। ਬੜੀ ਇੰਪੋਰਟੈਂਟ ਜਾਣਕਾਰੀ, ਮੇਰੇ ਵੀ ਰਾਦਰ ਕੁਝ ਨਵੀਆਂ ਗੱਲਾਂ ਅੱਜ ਮੈਨੂੰ ਸਿੱਖਣ ਨੂੰ ਮਿਲੀਆਂ। ਤੁਹਾਡੇ ਕੋਲ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੀਰ ਜੀ। ਸ਼ੁਕਰੀਆ ਜੀ।